ਕਿਸਾਨ ਆਗੂਆਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ। ਇਹ ਗੱਲਬਾਤ ਦਾ ਸਿਲਸਿਲਾ ਦੁਬਾਰਾ ਸ਼ੁਰੂ ਹੋਊਗਾ ਜਾਂ ਫਿਰ ਇੰਨੇ ਚਿਰ ਤੋਂ ਜਿਹੜਾ ਡੈਡਲੌਕ ਹੈ ਉਹ ਇਸੇ ਤਰ੍ਹਾਂ ਰਹੂਗਾ। ਹੁਣ ਵੀ ਜਦੋਂ ਆਖਰੀ ਮੀਟਿੰਗ ਹੋਈ 11 ਵਾਰ ਬੈਠ ਲਏ 7-7 ਘੰਟੇ ਸਾਡੇ ਮਿਨਿਸਟਰ ਔਰ ਉਹਨਾਂ ਮੀਟਿੰਗਾਂ 'ਚ ਕੀ ਹੋਇਆ ਕਿ ਜਸ ਸਰ ਨੂੰ ਇੱਕ ਤਾਂ ਭਲਾਮਾਨਸ ਐਸਾ ਸੀ ਕਿ ਲੈ ਕੇ ਤਖਤੀ ਬੈਠ ਕੇ ਜਿੱਤਾਂਗੇ ਜਾਂ ਮਰਾਂਗੇ, ਕੋਈ ਯੁੱਧ ਹੋ ਰਿਹਾ, ਗੱਲ ਹੋ ਰਹੀ ਹੈ ਆਪਸ 'ਚ। 4-5 ਲੀਡਰ ਤਾਂ ਐਸੇ ਆ ਜਿਹੜੇ ਅੰਦੋਲਨ ਜੀਵੀ ਜਿਨ੍ਹਾਂ ਨੂੰ ਕਹਿ ਸਕਦੇ ਆ, ਉਹ ਅੰਦੋਲਨ ਦੇ ਲਈ ਆਏ ਆ, ਨਾ ਕਿ ਕਿਸਾਨ ਦੇ ਹਿੱਤ ਲਈ। ਉਹ ਆਪਣੇ ਸਿਆਸੀ ਹਿੱਤ ਪੂਰਨ ਲਈ ਆਏ ਆ। ਹੁਣ ਰਾਜੇਵਾਲ ਦਾ ਇਹ ਗੱਲ ਕਹਿਣ ਨਾਲ ਕੀ ਮਤਲਬ ਸੀ? ਅਸੀਂ ਤੁਹਾਨੂੰ ਬੰਗਾਲ 'ਚ ਮਾਂਜਤਾ, ਹੁਣ ਤੁਹਾਨੂੰ ਉੱਤਰਾਖੰਡ 'ਚ ਮਾਂਜਾਂਗੇ, ਤੁਹਾਨੂੰ ਯੂਪੀ 'ਚ ਮਾਂਜਾਂਗੇ। ਸਰਕਾਰ ਜੇ ਫੋਨ ਤੇ ਗੱਲਬਾਤ ਕਰ ਰਹੀ ਹੈ, ਤੁਸੀਂ ਕਹਿ ਰਹੇ ਹੋ ਤੁਹਾਡਾ ਦਾਅਵਾ ਹੈ, ਤਾਂ ਕੋਈ ਪ੍ਰਪੋਜ਼ਲ ਤਾਂ ਦੇ ਰਹੀ ਹੋਣੀ ਹੈ ਨਾ ਕਿ ਆਹ ਪ੍ਰਪੋਜ਼ਲ ਹੈ, ਆਹ ਲੈ ਲਓ। ਨਹੀਂ, ਸਰਕਾਰ ਨੇ ਕੀ ਪ੍ਰਪੋਜ਼ਲ ਜੀ ਇਹਨੂੰ ਤਾਂ ਪੁੱਛਿਆ ਕਿ ਹੁਣ ਤੁਸੀਂ ਦੱਸ ਦਿਓ ਜਦੋਂ ਤੁਸੀਂ 11 ਵਾਰ ਬੈਠ ਲਏ। ਗਰੇਵਾਲ ਸਾਹਿਬ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਗੱਲ ਨਿਬੇੜਨੀ ਹੈ, ਗੱਲ ਨੂੰ ਖਤਮ ਕਰਨ ਵਾਲੇ ਪਾਸੇ ਆਉਣਾ ਹੈ, ਦੂਜੇ ਪਾਸੇ ਉਹੀ ਸਾਰੀਆਂ ਤਮਾਮ ਚੀਜ਼ਾਂ ਅਰਬਨ ਨਕਸਲਾਈਟ ਨੇ, ਇਹ ਇਸ ਤਰ੍ਹਾਂ ਨੇ। ਤੁਸੀਂ ਵੀ ਤਾਂ ਤੁਹਾਡੇ ਐਂਡ ਤੋਂ ਵੀ ਤਾਂ ਕਦੇ ਸ਼ਾਂਤੀ ਨਾਲ ਚੰਗੇ ਢੰਗ ਨਾਲ ਗੱਲ ਨਹੀਂ ਅੱਗੇ ਆਉਂਦੀ ਨਾ। ਤੁਸੀਂ ਵੀ ਇਸ ਤਰ੍ਹਾਂ ਅਗਰੈਸਿਵ ਹੋ ਕੇ ਅਟੈਕ ਕਰਦੇ ਹੋ ਕਿ ਅਰਬਨ ਨਕਸਲਾਈਟ ਨੇ। ਕਦੇ ਕਿਸੇ ਨੇ ਜਾ ਕੇ ਇਹ ਨਹੀਂ ਕਿਹਾ, ਕਿਸੇ ਆਤੰਕਵਾਦੀ ਨੇ, ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨੇ ਕਿ ਵੀ ਤੁਸੀਂ ਆਪਦੀ ਪਾਰਟੀ ਛੱਡੋ ਤੇ ਤੁਹਾਡਾ ਬਿਜ਼ਨਸ ਬੰਦ ਕਰ ਦਿਆਂਗੇ। ਜੇ ਤੁਸੀਂ ਨਹੀਂ ਛੱਡੋਗੇ ਤੇ ਤੁਹਾਡੀ ਦੁਕਾਨ ਬੰਦ ਕਰ ਦਿਆਂਗੇ, ਤੁਹਾਡੀ ਫੈਕਟਰੀ ਬੰਦ ਕਰ ਦਿਆਂਗੇ। ਕਿਸੇ ਨੇ ਨਹੀਂ ਕਿਹਾ। ਅੱਜ ਇਹ ਆਹ ਕੰਮ ਕਰ ਰਹੇ ਨੇ ਇਹ ਜਿਹੜੇ, ਉਹ ਇਹਨਾਂ ਨੂੰ ਕੀ ਕਹੀਏ, ਜਾਂ ਤਾਂ ਇਹਨਾਂ ਨੂੰ ਮਾਓਵਾਦੀ ਕਹੀਏ। ਕਿਸਾਨ ਜਥੇਬੰਦੀਆਂ ਦੇ ਨਾਲ ਮਜ਼ਦੂਰ ਜਥੇਬੰਦੀਆਂ ਵੀ ਨੇ, ਉਹ तमाम ਜਿਹੜੇ ਲੋਕ ਮਜ਼ਦੂਰਾਂ ਦੇ ਹੱਕਾਂ ਦੀ ਵੀ ਗੱਲ ਕਰਦੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਰੋਨਾ ਦੀ ਗੱਲ ਨਹੀਂ ਕਰ ਰਹੇ, ਅਸੀਂ ਤਾਂ ਕਹਿ ਰਹੇ ਹਾਂ ਲਾਕਡਾਊਨ 'ਚ ਦੁਕਾਨਾਂ ਬੰਦ ਕਰਨਾ ਹੱਲ ਨਹੀਂ ਹੈ, ਰੋਟੀ ਕਿੱਥੋਂ ਖਾਵਾਂਗੇ। ਪ੍ਰਧਾਨ ਮੰਤਰੀ ਕਿਉਂ ਨਹੀਂ ਮਿਲਦੇ? ਪ੍ਰਧਾਨ ਮੰਤਰੀ ਬੁਲਾਉਣ, ਇਨਵਾਈਟ ਕਰ ਲੈਣ, ਗੱਲਬਾਤ ਕਰਨ। ਅਰੇ ਪ੍ਰਧਾਨ ਮੰਤਰੀ ਨੇ ਇੰਨੀਆਂ ਸਮੱਸਿਆਵਾਂ ਨੇ, ਉਹ ਦੇਖਣੀਆਂ ਹੁੰਦੀਆਂ ਨੇ। ਇਹ ਵੀ ਤਾਂ ਵੱਡੀ ਸਮੱਸਿਆ ਹੈ। ਕੋਈ ਵੱਡੀ ਸਮੱਸਿਆ ਨਹੀਂ। ਯੂਪੀ 'ਚ ਲੋਕਲ ਬਾਡੀਜ਼ ਦੀਆਂ ਚੋਣਾਂ ਹਾਰੇ ਆ, ਉੱਥੇ ਤੁਸੀਂ ਦੇਖੋ। ਅਰੇ ਬਈ ਚੋਣਾਂ, ਹਰ ਪਾਰਟੀਆਂ ਚੋਣਾਂ ਜੋ ਲੋਕਤੰਤਰ ਜਿੱਤਦੇ ਵੀ ਆ, ਹਾਰਦੇ ਵੀ ਆ, ਉਹ ਕੋਈ ਇਹਨਾਂ ਕਰਕੇ ਥੋੜਾ ਹਾਰੇ ਆ। ਇਹਨਾਂ ਨੇ ਤਾਂ ਕਰੋਨਾ ਫੈਲਾਇਆ, ਪੰਜਾਬ ਦੇ ਪਿੰਡਾਂ 'ਚ ਫੈਲਾਤਾ, ਉਧਰ ਯੂਪੀ 'ਚ ਫੈਲਾਤਾ, ਲਾਸ਼ਾਂ ਹੀ ਲਾਸ਼ਾਂ ਪਈਆਂ ਨੇ ਉੱਥੇ। ਸਾਰਥਕ ਹੱਲ ਕੀ ਹੈ ਗਰੇਵਾਲ ਸਾਹਿਬ ਇਹਦਾ? ਹੁਣ ਕੀ ਇਸੇ ਤਰ੍ਹਾਂ ਸਰਕਾਰ ਦਾ ਰਵੱਈਆ ਇਹੀ ਰਹੂਗਾ ਜਾਂ ਪੰਜਾਬ ਦੇ ਆਗੂਆਂ ਦਾ ਤੁਹਾਡਾ ਰਵੱਈਆ ਇਹੀ ਰਹੂਗਾ? ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਕਿਸਾਨ ਆਗੂਆਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ। ਇਹ ਗੱਲਬਾਤ ਦਾ ਸਿਲਸਿਲਾ ਦੁਬਾਰਾ ਸ਼ੁਰੂ ਹੋਊਗਾ ਜਾਂ ਫਿਰ ਇੰਨੇ ਚਿਰ ਤੋਂ ਜਿਹੜਾ ਡੈਡਲੌਕ ਹੈ ਉਹ ਇਸੇ ਤਰ੍ਹਾਂ ਰਹੂਗਾ? ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਸਰਕਾਰ ਆਖਰ ਇਸ ਦੇ ਉੱਤੇ ਕਿੰਨੀ ਸੰਜੀਦਗੀ ਦੇ ਨਾਲ ਵਿਚਾਰ ਕਰਦੀ ਹੈ, ਇਸ ਬਾਰੇ ਗੱਲਬਾਤ ਕਰਦੇ ਹਾਂ। ਭਾਜਪਾ ਦੇ ਪੰਜਾਬ ਦੇ ਆਗੂ ਹਰਜੀਤ ਸਿੰਘ ਗਰੇਵਾਲ ਸਾਹਿਬ ਮੌਜੂਦ ਨੇ। ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗਰੇਵਾਲ ਸਾਹਿਬ, ਸਰਕਾਰ ਸੰਜੀਦਾ ਹੈਗੀ ਹੈ ਕਿਸਾਨਾਂ ਨੂੰ ਲੈ ਕੇ ਜਾਂ ਫਿਰ ਗੈਰ ਸੰਜੀਦਗੀ ਹੈ? ਇਸ ਤਰ੍ਹਾਂ ਸਰਕਾਰ ਤਾਂ ਪਹਿਲੇ ਦਿਨ ਤੋਂ ਹੀ ਸੰਜੀਦਾ, ਔਰ ਹੁਣ ਵੀ ਜਦੋਂ ਆਖਰੀ ਮੀਟਿੰਗ ਹੋਈ 11 ਵਾਰ ਬੈਠ ਲਏ 7-7 ਘੰਟੇ ਸਾਡੇ ਮਿਨਿਸਟਰ, ਔਰ ਉਹਨਾਂ ਮੀਟਿੰਗਾਂ 'ਚ ਕੀ ਹੋਇਆ ਕਿ ਜਸ ਸਰ ਨੂੰ ਕਿ ਆਪਸ 'ਚ ਸੰਵਾਦ ਨਹੀਂ ਹੋਊਗਾ ਤਾਂ ਗੱਲ ਖਤਮ ਨਹੀਂ ਹੋਏਗੀ। ਫਿਰ ਕੀ ਹੋਇਆ? ਇੱਕ ਤਾਂ ਭਲਾਮਾਨਸ ਐਸਾ ਸੀ ਕਿ ਲੈ ਕੇ ਤਖਤੀ ਬੈਠ ਕੇ ਜਿੱਤਾਂਗੇ ਜਾਂ ਮਰਾਂਗੇ, ਕੋਈ ਯੁੱਧ ਹੋ ਰਿਹਾ, ਗੱਲ ਹੋ ਰਹੀ ਹੈ ਆਪਸ 'ਚ ਕਿ ਕੋਈ ਕਿਸਾਨ ਜਿਹੜੇ ਉਹ ਸਰਕਾਰ ਦੇ ਪੂਰਕ ਆ, ਸਰਕਾਰ ਕਿਸਾਨ ਦੀ ਪੂਰਕ ਆ, ਦੋਨੋਂ ਇੱਕ ਦੂਜੇ ਦੇ ਬਿਨਾਂ ਨਹੀਂ ਕੰਮ ਚੱਲ ਸਕਦਾ। ਇਸ ਦੇਸ਼ 'ਚ ਐਗਰੀਰੀਅਨ ਬੇਸਡ ਇਕੋਨਮੀ ਹੈ ਸਾਡੀ। ਅਤੇ ਉਹ ਉਸ ਤੋਂ ਬਾਅਦ ਜਦੋਂ ਗੱਲਬਾਤ ਉੱਥੋਂ ਨਹੀਂ ਲੱਗੀ ਸਿਰੇ, ਤਾਂ 11ਵੀਂ ਵਾਰ ਸਾਡੇ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ ਜੀ ਨੇ ਕਿਹਾ ਕਿ ਬਈ ਗੱਲ ਸੁਣੋ, ਹੁਣ ਆਪਾਂ ਸਾਰੀਆਂ ਗੱਲਾਂ ਡਿਸਕਸ ਕਰ ਲਈਆਂ, ਕੋਈ ਗੱਲ ਨਹੀਂ ਰਹੀ, ਤੁਸੀਂ ਕੋਈ ਨਵੀਂ ਗੱਲ ਹੋਵੇ ਉਹ ਲੈ ਕੇ ਆਓ ਪ੍ਰਪੋਜ਼ਲ, ਆਪਾਂ ਬੈਠ ਕੇ ਗੱਲ ਖਤਮ ਕਰਦੇ ਹਾਂ, ਜਦੋਂ ਕਹੋ ਬੈਠ ਜਾਵਾਂਗੇ। ਉਸ ਤੋਂ ਬਾਅਦ ਨਵੀਂ ਪ੍ਰਪੋਜ਼ਲ ਨਹੀਂ ਆਈ। ਫਿਰ ਸਾਡੇ ਸੀਨੀਅਰ ਕੈਬਨਿਟ ਮਿਨਿਸਟਰ ਸਾਰਿਆਂ ਨੇ ਅਲੱਗ-ਅਲੱਗ ਕਿਸਾਨ ਲੀਡਰਾਂ ਨਾਲ ਗੱਲ ਕੀਤੀ, ਫੋਨ ਵੀ ਕੀਤੇ ਕਿ ਭਾਈ ਕੋਈ ਐਕਸੈਪਟੇਬਲ ਪ੍ਰਪੋਜ਼ਲ ਲੈ ਆਓ, ਆਪਾਂ ਨੂੰ ਖਤਮ ਕਰੀਏ। ਇਹ ਉਸ ਤੋਂ ਬਾਅਦ ਦੀ ਗੱਲ ਹੈ? ਉਸ ਤੋਂ ਬਾਅਦ ਦੀ, ਜਦੋਂ ਲਾਸਟ ਮੀਟਿੰਗ ਹੁੰਦੀ ਹੈ। ਹਾਂ, ਇਹ ਲਗਾਤਾਰ ਉਹ 3 ਮਹੀਨੇ ਹੋ ਗਏ ਉਸ ਗੱਲ ਨੂੰ, ਅਤੇ 3 ਮਹੀਨਿਆਂ ਦੇ ਅੰਦਰ ਇਹ ਗੱਲਾਂ ਚੱਲਦੀਆਂ ਰਹੀਆਂ। ਬਾਰ-ਬਾਰ ਕਹਿੰਦੇ ਰਹੇ ਹਰ ਕਿਸਾਨ ਲੀਡਰ ਜਿਹਦੇ ਨਾਲ ਗੱਲ ਹੁੰਦੀ ਸੀ, ਅਸੀਂ ਜੀ 2 ਦਿਨ 'ਚ ਸਲਾਹ ਕਰਕੇ ਆਉਣੇ ਆ। ਉਹ 2 ਦਿਨ ਨਹੀਂ ਆਏ ਜੀ, ਵੀ ਸਲਾਹ ਨਹੀਂ ਆਈ। ਅਤੇ ਮੈਂ ਵੀ ਫੋਨ ਕਰਕੇ ਪੁੱਛਦਾ ਰਿਹਾ। ਕਿਹਦੇ ਨਾਲ ਗੱਲ ਹੋਈ ਤੁਹਾਡੀ? ਨਹੀਂ, ਮੈਂ ਨਾਂ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ ਕਿਉਂਕਿ ਗੱਲ ਖਤਮ ਕਰਨੀ ਆ ਆਪਾਂ।
ਨਾਮ ਦੱਸ ਕੇ ਕੋਈ ਫਾਇਦਾ ਨਹੀਂ, ਉੱਥੇ ਝਗੜਾ ਉਹਨਾਂ ਦਾ ਪਹਿਲਾਂ ਹੀ ਹੋਇਆ ਹੋਇਆ, ਅਸੀਂ ਹੋਰ ਝਗੜਾ ਕਰਾਈਏ, ਕਿਉਂਕਿ ਅਸੀਂ ਝਗੜਾ ਨਹੀਂ ਕਰਾਉਣਾ ਚਾਹੁੰਦੇ। ਤਾਂ ਇੰਡੀਵਿਜੂਅਲੀ ਵੀ ਗੱਲਬਾਤ ਹੋ ਰਹੀ ਹੈ ਸਰਕਾਰ ਦੀ, ਤੁਸੀਂ ਕਹਿ ਰਹੇ ਹੋ ਕਿ ਫੋਨ ਕਰਦੇ ਰਹੇ। ਹਾਂ ਹੁੰਦੀ ਹੈ ਸਾਰੇ ਆਗੂਆਂ ਦੇ ਨਾਲ? ਨਹੀਂ, ਸਾਰਿਆਂ ਨਾਲ ਤਾਂ ਨਹੀਂ ਮੈਂ ਕਹਿ ਸਕਦਾ, ਕੁਝ ਆਗੂਆਂ ਨਾਲ। ਜਿਹੜੇ ਕਈ ਆਗੂ ਐਸੇ ਆ, ਦੇਖੋ ਮੈਂ ਤੁਹਾਨੂੰ ਦੱਸਦਾ ਇਹਦੇ 'ਚ ਸਮੱਸਿਆ ਕੀ ਆ ਰਹੀ ਹੈ ਕਿ ਆ 4-5 ਲੀਡਰ ਤਾਂ ਐਸੇ ਆ ਜਿਹੜੇ ਅੰਦੋਲਨ ਜੀਵੀ ਜਿਨ੍ਹਾਂ ਨੂੰ ਕਹਿ ਸਕਦੇ ਆ, ਉਹ ਅੰਦੋਲਨ ਦੇ ਲਈ ਆਏ ਆ, ਨਾ ਕਿ ਕਿਸਾਨ ਦੇ ਹਿੱਤ ਲਈ। ਉਹ ਆਪਣੇ ਸਿਆਸੀ ਹਿੱਤ ਪੂਰਨ ਲਈ ਆਏ ਆ। ਉਹ ਕੀ ਚਾਹੁੰਦੇ, ਕਿਸਾਨ ਦਾ ਮੋਢਾ ਸਾਨੂੰ ਲੱਭ ਗਿਆ ਤੇ ਅਸੀਂ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰੀਏ ਔਰ ਅਸੀਂ ਸਰਕਾਰ ਦਾ ਚਿਹਰਾ ਖਰਾਬ ਕਰੀਏ। ਔਰ ਉਹ ਕੀ ਗੱਲ ਕਰਦੇ ਆ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਡਾਕਟਰ ਰਾਮ ਮਨੋਹਰ ਲੋਹੀਆ ਹੋਏ ਨੇ, ਸਮਾਜਵਾਦੀ ਲੀਡਰ ਸੀ, ਉਹ ਪੰਡਿਤ ਜਵਾਹਰ ਲਾਲ ਨਹਿਰੂ ਦੇ ਖਿਲਾਫ ਬੋਲਦੇ ਰਹਿੰਦੇ ਸੀ ਹਮੇਸ਼ਾ ਹੀ ਪਾਰਲੀਮੈਂਟ 'ਚ। ਉਹਨਾਂ ਦੀ ਪਾਰਟੀ ਦੇ ਲੋਕਾਂ ਨੇ ਮੀਟਿੰਗ ਕੀਤੀ, ਉਹਨਾਂ ਨੇ ਕਿਹਾ ਵੀ ਸਮੱਸਿਆਵਾਂ ਦੇਸ਼ ਦੀਆਂ ਹੋਰ ਬਹੁਤ ਨੇ, ਤੁਸੀਂ ਪੰਡਿਤ ਜੀ ਦੇ ਖਿਲਾਫ ਹੀ ਬੋਲਦੇ ਰਹਿੰਦੇ ਹੋ, ਕੋਈ ਹੋਰ ਵੀ ਗੱਲ ਕਰੀਏ। ਉਹ ਕਹਿੰਦੇ ਤੁਸੀਂ ਮੂਰਖ ਹੋ। ਆਪਣੀ ਪਾਰਟੀ ਦੀ ਮੀਟਿੰਗ 'ਚ ਕਿਹਾ, ਜੇ ਜਵਾਹਰ ਲਾਲ ਨਹਿਰੂ ਦਾ ਚਿਹਰਾ ਨਹੀਂ ਖਰਾਬ ਹੋਊਗਾ ਤਾਂ ਕਾਂਗਰਸ ਨਹੀਂ ਹਾਰਨੀ। ਉਹ ਵੀ ਜਾਣਦੇ ਆ, ਇਹ ਜਿਹੜੇ ਜਿੰਨੀਆਂ ਪਾਰਟੀਆਂ ਨੇ, ਹੁਣ ਕਾਂਗਰਸ ਹੋ ਗਈ ਜਾਂ ਬਾਕੀ ਸਾਰੇ ਆਮ ਆਦਮੀ ਹੋ ਗਈ, ਕਿ ਜਦੋਂ ਤੱਕ ਮੋਦੀ ਜੀ ਦਾ ਚਿਹਰਾ ਖਰਾਬ ਨਹੀਂ ਹੋਊਗਾ ਉਦੋਂ ਤੱਕ ਬੀਜੇਪੀ ਨਹੀਂ ਹਾਰਨੀ, ਸਰਕਾਰ ਬਣੂਗੀ, ਬਹੁਮਤ ਰਹੂਗਾ। ਪਰ ਬੀਜੇਪੀ ਹਾਰਨ ਨਾਲ ਕਿਸਾਨ ਅੰਦੋਲਨ ਦਾ ਕਨੈਕਸ਼ਨ ਕੀ ਹੈ? ਬੀਜੇਪੀ ਜਿੱਤਦੀ ਹੈ ਜਾਂ ਬੀਜੇਪੀ ਹਾਰਦੀ ਹੈ? ਗਰੇਵਾਲ ਸਾਹਿਬ, ਇੱਕ ਮਿੰਟ ਸੁਣ ਲਓ। ਆ ਹੁਣ ਰਾਜੇਵਾਲ ਦਾ ਇਹ ਗੱਲ ਕਹਿਣ ਨਾਲ ਕੀ ਮਤਲਬ ਸੀ? ਅਸੀਂ ਤੁਹਾਨੂੰ ਬੰਗਾਲ 'ਚ ਮਾਂਜਤਾ, ਹੁਣ ਤੁਹਾਨੂੰ ਉੱਤਰਾਖੰਡ 'ਚ ਮਾਂਜਾਂਗੇ, ਤੁਹਾਨੂੰ ਯੂਪੀ 'ਚ ਮਾਂਜਾਂਗੇ, ਉੱਤਰ ਪ੍ਰਦੇਸ਼ 'ਚ। ਉਹ ਤਾਂ ਪ੍ਰੈਸ਼ਰ ਟੈਕਟਿਕ ਹੋ ਸਕਦਾ ਹੈ। ਕੋਈ ਪ੍ਰੈਸ਼ਰ ਨਹੀਂ ਹੈ। 14 ਕਰੋੜ ਮੈਂਬਰਾਂ ਦੀ ਪਾਰਟੀ ਹੈ। ਰਾਜੇਵਾਲ ਵਿਚਾਰਾ ਵੈਸੇ ਕੀ ਹੈ, ਚਲੋ ਬਜ਼ੁਰਗ ਆਦਮੀ ਹੈ, ਤੇ ਉਹ ਤਾਂ ਬਿਨਾਂ ਸੋਚੇ ਸਮਝੇ ਗੱਲਾਂ ਕਰਦੇ ਆ। ਉਹ ਜਿਨ੍ਹਾਂ ਨੇ ਉਹਨਾਂ ਦੀ ਮਦਦ ਕਰਨੀ ਆ, ਜਿਹੜੇ ਉਹਨਾਂ ਦੇ ਆਕਾ ਨੇ ਪੋਲੀਟੀਕਲ ਪਾਰਟੀਆਂ ਨੇ, ਜਿਵੇਂ 12 ਪੋਲੀਟੀਕਲ ਪਾਰਟੀਆਂ ਨੇ ਸਪੋਰਟ ਦਿੱਤੀ। ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਅਸੀਂ ਤਾਂ ਕਿਸੇ ਪੋਲੀਟੀਸ਼ੀਅਨ ਨੂੰ ਲੈਂਦੇ ਹੀ ਨਹੀਂ ਵਿੱਚ। ਹਨਨ ਮੌਲਾ ਕੀ ਹੈ, ਕਮਿਊਨਿਸਟ ਐਮਪੀ ਹੈ। ਜੋਗਿੰਦਰ ਯਾਦਵ ਕੀ ਹੈ, ਅਰਬਨ ਨਕਸਲਾਈਟ ਹੈ। ਉਹ ਕਵਿਤਾ ਕੀ ਹੈ, ਉਹ ਵੀ ਉਹੀ ਹੈ। ਇਹ ਕੋਈ ਕਿਸਾਨ ਲੀਡਰ ਥੋੜ੍ਹਾ ਨੇ, ਇਹ ਤਾਂ ਅੰਦੋਲਨ ਨੂੰ ਖਰਾਬ ਕਰਨ ਆਏ ਨੇ। ਜਦੋਂ ਗੱਲ ਹੁੰਦੀ ਆ, ਦਰਸ਼ਨਪਾਲ ਹੋਇਆ, ਜੋਗਿੰਦਰ ਯਾਦਵ ਹੋਇਆ, ਇਕੱਠੇ ਹੋ ਕੇ ਇਹ ਨਹੀਂ ਮੰਨਣਾ, ਅਸੀਂ ਇਹ ਨਹੀਂ ਮੰਨਣਾ, ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਜੇ ਗੱਲ ਹੁੰਦੀ ਆ। ਤੇ ਇਹ ਕਿਉਂ ਕਰਦੇ? ਗਰੇਵਾਲ ਸਾਹਿਬ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਗੱਲ ਨਿਬੇੜਨੀ ਹੈ, ਗੱਲ ਨੂੰ ਖਤਮ ਕਰਨ ਵਾਲੇ ਪਾਸੇ ਆਉਣਾ ਹੈ, ਦੂਜੇ ਪਾਸੇ ਉਹੀ ਸਾਰੀਆਂ ਤਮਾਮ ਚੀਜ਼ਾਂ ਅਰਬਨ ਨਕਸਲਾਈਟ ਨੇ, ਇਹ ਇਸ ਤਰ੍ਹਾਂ ਨੇ। ਤੁਸੀਂ ਵੀ ਤਾਂ, ਤੁਹਾਡੇ ਐਂਡ ਤੋਂ ਵੀ ਤਾਂ ਕਦੇ ਸ਼ਾਂਤੀ ਨਾਲ, ਚੰਗੇ ਢੰਗ ਨਾਲ ਗੱਲ ਨਹੀਂ ਅੱਗੇ ਆਉਂਦੀ ਨਾ। ਤੁਸੀਂ ਵੀ ਇਸ ਤਰ੍ਹਾਂ ਅਗਰੈਸਿਵ ਹੋ ਕੇ ਅਟੈਕ ਕਰਦੇ ਹੋ ਕਿ ਅਰਬਨ ਨਕਸਲਾਈਟ ਨੇ। ਜੇ ਇਹਨਾਂ ਨੂੰ ਐਕਸਪੋਜ਼ ਨਹੀਂ ਕਰਾਂਗੇ, ਇਹ ਸਾਡੇ ਪ੍ਰਧਾਨ ਮੰਤਰੀ ਤੇ ਅਟੈਕ ਕਰਨਗੇ, ਸਾਡੇ ਲੀਡਰ ਤੇ ਕਰਨਗੇ, ਸਾਡੀ ਸਰਕਾਰ ਤੇ ਕਰਨਗੇ, ਔਰ ਭੱਦੀ ਸ਼ਬਦਾਵਲੀ ਵਰਤਣਗੇ। ਸਾਡੇ ਐਮਐਲਏ ਤੇ ਮੌਬ ਲਿੰਚਿੰਗ ਕਰਨਗੇ, ਕੱਪੜੇ ਫਾੜ ਦੇਣਗੇ, ਨੰਗਾ ਕਰ ਦੇਣਗੇ, ਸਾਡੇ ਵਰਕਰਾਂ ਨੂੰ ਤਸੀਹੇ ਦੇਣਗੇ, ਔਰ ਉਹਨਾਂ ਨੂੰ ਕਹਿਣਗੇ ਕਿ ਅਸੀਂ ਤਾਂ ਇਹਨਾਂ ਨੂੰ ਛੱਡਣਾ ਹੀ ਨਹੀਂ ਹੈ, ਅਸੀਂ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ। ਆਤੰਕਵਾਦ ਦਾ ਪੀਰੀਅਡ ਰਿਹਾ ਪੰਜਾਬ 'ਚ, ਬੜਾ ਸੰਤਾਪ ਭੁਗਤਿਆ। ਕਦੇ ਕਿਸੇ ਨੇ ਜਾ ਕੇ ਇਹ ਨਹੀਂ ਕਿਹਾ, ਕਿਸੇ ਆਤੰਕਵਾਦੀ ਨੇ, ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨੇ, ਕਿ ਵੀ ਤੁਸੀਂ ਆਪਦੀ ਪਾਰਟੀ ਛੱਡੋ ਤੇ ਤੁਹਾਡਾ ਬਿਜ਼ਨਸ ਬੰਦ ਕਰ ਦਿਆਂਗੇ। ਜੇ ਤੁਸੀਂ ਨਹੀਂ ਛੱਡੋਗੇ ਤੇ ਤੁਹਾਡੀ ਦੁਕਾਨ ਬੰਦ ਕਰ ਦਿਆਂਗੇ, ਤੁਹਾਡੀ ਫੈਕਟਰੀ ਬੰਦ ਕਰ ਦਿਆਂਗੇ। ਕਿਸੇ ਨੇ ਨਹੀਂ ਕਿਹਾ। ਅੱਜ ਇਹ ਆਹ ਕੰਮ ਕਰ ਰਹੇ ਨੇ, ਇਹ ਜਿਹੜੇ ਇਹਨਾਂ ਨੂੰ ਕੀ ਕਹੀਏ, ਜਾਂ ਤਾਂ ਇਹਨਾਂ ਨੂੰ ਮਾਓਵਾਦੀ ਕਹੀਏ, ਹੋਰ ਕੀ ਕੰਮ ਕਰ ਰਹੇ ਹੈ। ਉਹਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਮਜ਼ਦੂਰ ਜਥੇਬੰਦੀਆਂ ਵੀ ਨੇ। ਉਹ ਤਮਾਮ ਜਿਹੜੇ ਲੋਕ ਮਜ਼ਦੂਰਾਂ ਦੇ ਹੱਕਾਂ ਦੀ ਵੀ ਗੱਲ ਕਰਦੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਰੋਨਾ ਦੀ ਗੱਲ ਨਹੀਂ ਕਰ ਰਹੇ, ਅਸੀਂ ਤਾਂ ਕਹਿ ਰਹੇ ਹਾਂ ਲਾਕਡਾਊਨ 'ਚ ਦੁਕਾਨਾਂ ਬੰਦ ਕਰਨਾ ਹੱਲ ਨਹੀਂ ਹੈ, ਰੋਟੀ ਕਿੱਥੋਂ ਖਾਵਾਂਗੇ। ਕੀ ਇਸ ਮੁੱਦੇ ਤੇ ਗੱਲ ਨਹੀਂ ਹੋਣੀ ਚਾਹੀਦੀ ਸੀ? ਇਹ ਤਾਂ ਪ੍ਰਮਾਤਮਾ ਉਹਨਾਂ ਨੂੰ ਸਦਬੁੱਧੀ ਦੇਵੇ ਜੇ ਬੰਦ ਨਾ ਕਰਦੇ। ਜਿਸ ਤਰ੍ਹਾਂ ਲਾਕਡਾਊਨ 'ਚ ਹੁਣ ਗ੍ਰਾਫ ਨੀਚੇ ਨੂੰ ਆਇਆ ਕੋਵਿਡ ਦਾ, ਤੇ ਕਦੇ ਨੀਚੇ ਆਉਣਾ ਸੀ? ਇਹ ਜ਼ਰੂਰੀ ਹੁੰਦਾ? ਤਾਂ ਸਾਰੇ ਸਮਾਜ ਦੇ ਇੰਟਰਸਟ 'ਚ, ਕੋਈ ਕਿਸੇ ਇੱਕ ਵਿਅਕਤੀ ਦਾ ਇੰਟਰਸਟ ਥੋੜ੍ਹਾ। ਕਿਸੇ ਦੁਕਾਨ ਬੰਦ ਕਰਨ ਨਾਲ ਕਿਸੇ ਨੂੰ ਕੀ ਲੱਭੂਗਾ? ਇਹ ਤਾਂ ਹੁਣ ਮੇਰੀ ਗੱਲ ਸੁਣੋ, ਆ ਕਿਸਾਨ ਲੀਡਰ ਨੇ, ਇਹਨਾਂ ਨੇ ਆਪਦੇ ਤਾਂ 2-2 ਵੈਕਸੀਨੇਸ਼ਨ ਕਰਵਾਈਆਂ ਹੋਈਆਂ ਨੇ। ਲੱਖੋਵਾਲ ਨੇ ਕਰਵਾਈ ਆ, ਰਾਜੇਵਾਲ ਨੇ ਵੀ ਕਰਵਾ ਲਈ, ਸਾਰਿਆਂ ਨੇ ਕਰਵਾ ਲਈ। ਔਰ ਕਿਸਾਨਾਂ ਨੂੰ ਕੀ ਕਹਿੰਦੇ ਆ? ਤੁਸੀਂ ਨਾ ਕਰਵਾਇਓ। ਜੇ ਕੋਈ ਕੋਵਿਡ ਹੋ ਜੇ ਤਾਂ ਕਿਸੇ ਬੀਜੇਪੀ ਵਾਲੇ ਘਰ ਦੇ ਬਾਹਰ ਰੱਖਿਆ ਹੋ, ਉਹਨੂੰ ਚੜੂਨੀ ਨੂੰ ਪੁੱਛੋ ਵੀ ਤੇਰੇ ਬੱਚੇ ਨੂੰ ਹੋ ਜੇ, ਕਿਸੇ ਨੂੰ ਨਾ ਹੋਵੇ, ਪਰਮਾਤਮਾ ਕਰੇ, ਮੈਂ ਕਿਸੇ ਦਾ ਬੁਰਾ ਨਹੀਂ ਸੋਚਦਾ, ਪਰ ਜੇ ਉਹਦੇ ਆਪਣੇ ਨੂੰ ਹੋ ਜੇ, ਜਾ ਕੇ ਬੀਜੇਪੀ ਵਾਲਿਆਂ ਦੇ ਘਰ ਦੇ ਬਾਹਰ ਰੱਖਿਆ ਉਹ ਮਰਨ ਨੂੰ, ਦੂਜਿਆਂ ਨੂੰ ਇਹ ਸਿਖਾਉਂਦਾ। ਇਹ ਗੱਲਾਂ ਗਲਤ ਨੇ। ਇਹਨਾਂ ਨੂੰ ਪ੍ਰਮਾਤਮਾ ਸਦਬੁੱਧੀ ਦੇਵੇ, ਇਹ ਸਮਾਜ ਹਿੱਤ 'ਚ ਗੱਲ ਕਰਨ, ਦੇਸ਼ ਹਿੱਤ 'ਚ। ਸਾਰਥਕ ਹੱਲ ਕੀ ਹੈ ਗਰੇਵਾਲ ਸਾਹਿਬ ਇਹਦਾ? ਹੁਣ ਕੀ ਇਸੇ ਤਰ੍ਹਾਂ ਸਰਕਾਰ ਦਾ ਰਵੱਈਆ ਇਹੀ ਰਹੂਗਾ, ਜਾਂ ਪੰਜਾਬ ਦੇ ਆਗੂਆਂ ਦਾ ਤੁਹਾਡਾ ਰਵੱਈਆ ਇਹੀ ਰਹੂਗਾ? ਸਾਰਥਕ ਹੱਲ ਇਹ ਆ ਕਿ ਸਰੋਂ ਜਿਹੜੀ ਹੈ ਇਸ ਵੇਲੇ, ਤੁਹਾਨੂੰ ਪਤਾ, ਮੰਡੀਆਂ 'ਚ ਨਹੀਂ ਵਿਕੀ ਹਰਿਆਣੇ 'ਚ, ਔਰ 32% ਕੀਮਤ ਫਾਲਤੂ ਮਿਲੀ ਆ ਕਿਸਾਨ ਨੂੰ, ਮਤਲਬ 6800 ਰੁਪਏ ਤੇ ਵਿਕੀ ਹੈ ਸਰੋਂ ਹਰਿਆਣੇ 'ਚ। ਇਹ ਕੀ ਆ? ਇਹ ਮੋਦੀ ਜੀ ਦੀ ਪਾਲਿਸੀ ਹੈ ਜਿਹੜੀ ਉਹ ਕਹਿੰਦੇ ਆ ਕਾਨੂੰਨਾਂ 'ਚ ਕਹਿੰਦੇ ਆ
ਫਸਲ ਵੇਚਣ ਦੀ ਖੁੱਲ੍ਹ ਹੋਵੇ। ਕਿਸਾਨ ਤਾਂ ਕਹਿ ਰਿਹਾ ਸੀ ਵੀ ਪਹਿਲੇ 2-3 ਸਾਲ ਇਸ ਤਰ੍ਹਾਂ ਹੀ ਲਓ ਹੋਊਗਾ। ਦੱਸੋ 2-3 ਸਾਲ ਕੀ ਹੋਣਾ, ਅਜੇ ਤੱਕ ਕਾਨੂੰਨ ਤਾਂ ਲਾਗੂ ਨਹੀਂ ਹੋਏ, ਇਹ ਤਾਂ ਪਹਿਲਾਂ ਹੀ ਹੋਣ ਲੱਗ ਗਿਆ। ਔਰ ਉਸ ਤੋਂ ਬਾਅਦ ਆ ਡਾਇਰੈਕਟ ਪੇਮੈਂਟ ਜਿਹੜੀ ਖਾਤਿਆਂ 'ਚ ਗਈ ਆ, ਸਾਰੇ ਕਿਸਾਨ ਖੁਸ਼ ਨੇ। ਪਹਿਲਾਂ ਇਹ ਵੀ ਮੰਗ ਕਰਦੇ ਰਹੇ, 2 ਦਿਨ ਪਹਿਲਾਂ ਵੀ ਆ ਬੂਟਾ ਸਿੰਘ ਬੁਰਜਗਿੱਲ ਤੇ ਹੋਰ ਕਈਆਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਬਈ ਇਹ ਡਾਇਰੈਕਟ ਖਾਤਿਆਂ 'ਚ ਆਉਣੀ ਚਾਹੀਦੀ ਹੈ। ਬਾਅਦ 'ਚ ਰਾਜੇਵਾਲ ਵੀ ਕਰਦਾ ਸੀ ਪਹਿਲਾਂ ਇਹ ਮੰਗ, ਫਿਰ ਇਹ ਕੀ ਕਰਨ ਲੱਗੇ, ਝੂਠੇ ਅੱਡੇ ਨੇ 1 ਮਿੰਟ 'ਚ ਹੀ ਲੰਗੂਰ ਵਾਲੀ ਛਾਲ ਮਾਰ ਦਿੰਦੇ ਆ ਪਿੱਛੇ ਨੂੰ ਉਲਟੀ, ਤੇ ਕੀ ਕਹਿਣ ਲੱਗੇ, ਇਹ ਤਾਂ ਸਾਡੇ ਸੰਬੰਧ ਖਰਾਬ ਹੋ ਜਾਣਗੇ, ਇਹ ਸਾਡਾ ਆ ਹੋ ਜਾਊਗਾ। ਬਈ ਸਰਕਾਰਾਂ ਨੇ ਸਰਕਾਰ ਚਲਾਉਣੇ ਆ ਜਾਂ ਹਰ ਜਗ੍ਹਾ ਤੁਹਾਡੇ ਸੰਬੰਧ ਵੀ ਦੇਖਾਂਗੇ, ਤੁਹਾਡੇ ਬੱਚੇ ਦਾ ਰਿਸ਼ਤਾ ਕਿੱਥੇ ਹੁੰਦਾ ਨਹੀਂ ਹੁੰਦਾ, ਸਾਨੂੰ ਕੀ ਮਤਲਬ ਆ। ਸਰਕਾਰ ਨੇ ਤਾਂ ਸਰਕਾਰ ਚਲਾਉਣੀ ਹੈ, ਕਿਸਾਨ ਦਾ ਹਿੱਤ ਦੇਖਣਾ, ਨਾ ਕਿ ਤੁਹਾਡਾ ਇੰਡੀਵਿਜੂਅਲ ਹਿੱਤ ਦੇਖਣਾ। ਤਾਂ ਫਿਰ ਉਹ ਹਿੱਤ 4 ਮਹੀਨੇ ਹੋ ਗਏ ਚੁੱਪ ਬੈਠੀ ਹੈ, ਸਰਕਾਰ ਨੂੰ ਦੇਖਣਾ ਚਾਹੀਦਾ ਨਾ। ਬੰਗਾਲ ਦੀਆਂ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਜਾਂਦੇ ਆ, ਪੂਰੀ ਬੀਜੇਪੀ ਜਾਂਦੀ ਹੈ ਦੇਸ਼ ਦੀ, ਉਦੋਂ ਤੱਕ ਉਹਨੇ ਪੀਰੀਅਡ ਤੱਕ ਕੋਈ ਗੱਲਬਾਤ ਹੀ ਨਹੀਂ ਹੋ ਸਕੀ। ਫਿਰ ਉਸ ਤੋਂ ਬਾਅਦ ਕਰੋਨਾ ਦੇ ਵਿੱਚ ਹਾਲਾਤ ਇੰਨੇ ਖਰਾਬ ਰਹੇ, ਉਸੇ ਦੇ ਦੌਰਾਨ ਹੀ ਗੱਲਬਾਤ ਕਰਦੇ ਰਹੇ। ਇਹਨਾਂ ਨੇ ਗੱਲਬਾਤ ਲਈ ਕੋਈ ਹਮ ਹੀ ਨਹੀਂ ਭਰੀ, ਗੱਲਬਾਤ ਕੋਈ ਬਹੁਤ ਲੰਬੀ ਚੌੜੀ ਨਹੀਂ ਹੈ। ਇਹ ਤਾਂ ਗੱਲਬਾਤ ਜਿਹੜੀਆਂ ਤਰਕਸੰਗਤ ਗੱਲਾਂ ਨੇ ਕਿਸਾਨ ਦੇ ਹਿੱਤ 'ਚ, ਉਹ ਸਰਕਾਰ ਨੇ ਸਾਰੀਆਂ ਸੁਣ ਲੀਆਂ ਔਰ ਸਾਰੀਆਂ ਇਹਨਾਂ ਨਾਲ ਗੱਲਬਾਤ 'ਚ ਮੰਨ ਲਈਆਂ ਸੀ। ਇਹ ਤਾਂ ਇੱਕ ਜਿੱਦ ਤੇ ਬੈਠੇ ਆ, ਕਾਨੂੰਨ ਰੱਦ ਕਰਨਾ ਕਹੋ, ਸਰਕਾਰ ਦੀ ਨੱਕ ਵੱਢਣਾ ਚਾਹੁੰਦੇ ਆ, ਉਹ ਨਹੀਂ ਵੱਢ ਸਕਦੇ ਇਹਨਾਂ ਨੂੰ। ਸਰਕਾਰ ਵੀ ਇਸ ਗੱਲ ਕਰਕੇ ਨਹੀਂ ਰੱਦ ਕਰ ਰਹੀ ਕਿ ਸਾਡੀ ਨੱਕ ਦਾ ਸਵਾਲ ਹੈ। ਨਹੀਂ, ਨੱਕ ਨੁੱਕ ਦਾ ਕੋਈ ਸਵਾਲ ਨਹੀਂ ਹੈ, ਐਸੀ ਸਰਕਾਰ ਵਾਸਤੇ ਕੋਈ ਗੱਲ ਨਹੀਂ ਹੈ। ਜੇ ਕਿਸਾਨ ਹਿੱਤ 'ਚ ਹੋਵੇ ਉਹ ਵੀ ਕਰ ਦੇਣ, ਕਿ ਕਾਨੂੰਨ ਹੀ ਕਿਸਾਨ ਹਿੱਤ 'ਚ ਬਣਾਏ ਨੇ। ਹੁਣ ਜਿਹੜੇ ਇਹ ਜਿਹੜੀਆਂ ਸਰਕਾਰਾਂ ਨੇ, ਇਹ ਤਾਂ ਕਾਨੂੰਨ ਬਣਾਤੇ ਸਰਕਾਰ ਨੇ, ਤੇ ਕਿਸਾਨ ਜਿਹੜੇ ਆ ਬਾਕੀ ਜਿਹੜੀਆਂ ਚੀਜ਼ਾਂ ਨੇ ਕਿਸਾਨ ਦੇ ਹਿੱਤ 'ਚ ਹੋ ਰਹੀਆਂ ਨੇ, ਇਹ ਤਾਂ ਹਰ ਚੀਜ਼ ਦਾ ਹੀ ਵਿਰੋਧ ਕਰੀ ਜਾਂਦੇ ਆ, ਹਰ ਚੀਜ਼ ਦਾ ਹੀ ਵਿਰੋਧ ਕਰੀ ਜਾਂਦੇ। ਸਰਕਾਰ ਜੇ ਫੋਨ ਤੇ ਗੱਲਬਾਤ ਕਰ ਰਹੀ ਹੈ, ਤੁਸੀਂ ਕਹਿ ਰਹੇ ਹੋ ਤੁਹਾਡਾ ਦਾਅਵਾ ਹੈ, ਤਾਂ ਕੋਈ ਪ੍ਰਪੋਜ਼ਲ ਤਾਂ ਦੇ ਰਹੀ ਹੋਣੀ ਹੈ ਨਾ ਕਿ ਆਹ ਪ੍ਰਪੋਜ਼ਲ ਹੈ, ਆਹ ਲੈ ਲਓ। ਨਹੀਂ, ਸਰਕਾਰ ਨੇ ਕੀ ਪ੍ਰਪੋਜ਼ਲ ਜਿਹਨੂੰ ਤਾਂ ਪੁੱਛਿਆ ਕਿ ਹੁਣ ਤੁਸੀਂ ਦੱਸ ਦਿਓ, ਜਦੋਂ ਤੁਸੀਂ 11 ਵਾਰ ਬੈਠ ਲਏ, 7-7 ਘੰਟੇ ਬੈਠ ਲਏ, ਤੁਸੀਂ ਗੱਲ ਨਹੀਂ ਮੰਨੀ, ਤੇ ਹੁਣ ਤੁਸੀਂ ਸਾਨੂੰ ਦੱਸ ਦਿਓ ਵੀ ਅਸੀਂ ਕੀ ਕਰੀਏ। ਉਹੀ ਕਿਹਾ, ਹੁਣ ਵੀ ਪ੍ਰਪੋਜ਼ਲ ਨਹੀਂ ਦੱਸੀ, ਇੱਕ ਚਿੱਠੀ ਲਿਖਤੀ ਚੱਕ ਕੇ। ਪਰ ਨੈਗੋਸ਼ੀਏਸ਼ਨ ਤਾਂ ਗਰੇਵਾਲ ਸਾਹਿਬ ਦੋਹਾਂ ਪਾਸੋਂ ਹੈ ਨਾ, ਸਰਕਾਰ ਵੀ ਅੱਗੇ ਇੱਕ ਹੱਥ ਵਧਾਵੇ। ਨੈਗੋਸ਼ੀਏਸ਼ਨ ਹੁੰਦੀ ਹੈ ਸੁਹਿਰਦ ਮੌਲ 'ਚ। ਗੁਰੂ ਨਾਨਕ ਦੇਵ ਨੇ ਕੀ ਕਿਹਾ, ਜਬ ਤੱਕ ਜਗ ਮੇ ਰਹੀਏ ਨਾਨਕ, ਕੁਛ ਕਹੀਏ ਕੁਛ ਸੁਣੀਏ। ਉਹਨਾਂ ਨੇ ਵੀ ਗੱਲਬਾਤ ਦੀ ਗੱਲ ਕੀਤੀ ਹੈ ਨਾ ਸਾਰੀ, ਬਈ ਆਪਸ 'ਚ ਵਾਰਤਾਲਾਪ ਹੋਣਾ ਚਾਹੀਦਾ, ਇਹੀ ਹੈ ਨਾ ਕਹੀਏ ਔਰ ਸੁਣੀਏ ਦਾ ਮਤਲਬ। ਤੇ ਇਹ ਤਾਂ ਗੁਰੂ ਨਾਨਕ ਦੀ ਗੱਲ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈ। ਇਹ ਤਾਂ ਕਹਿੰਦੇ ਆ ਕਿ ਅਸੀਂ ਕਹਿਣਾ ਹੀ ਕਹਿਣਾ ਤੇ ਸੁਣਨਾ ਨਹੀਂ ਤੁਹਾਡਾ, ਜੋ ਅਸੀਂ ਕਹਿਣਾ ਉਹ ਸੱਚ ਆ ਕਹਿੰਦੇ। ਉਹ ਇਹਨਾਂ ਇੰਨੇ ਬੁੱਧੀਮਾਨ ਨਹੀਂ ਹੈ, ਇੰਨੀ ਗੱਲ ਵੀ ਨਹੀਂ ਹੈ। ਔਰ ਇਹ ਠੀਕ ਆ ਕਿ ਸਧਾਰਨ ਕਿਸਾਨ ਜਿਹੜਾ ਸੜਕਾਂ ਤੇ ਬੈਠਾ, ਜਿਹਨੂੰ ਇਹ ਕਹਿ ਕੇ ਲੈ ਗਏ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ, ਮਰਨ ਤੇ ਹੋ ਕੇ ਗਿਆ। ਅਸੀਂ ਮੋਦੀ ਜੀ, ਨਾ ਤਾਂ ਕਿਸੇ ਨੇ ਜ਼ਮੀਨ ਖੋਹਣੀ ਆ ਤੇ ਨਾ ਕਿਸੇ ਨੇ ਲੈਣੀ ਆ ਤੇ ਨਾ ਖੋਹੀ ਹੈ, ਠੀਕ ਹੈ। ਮੋਦੀ ਜੀ ਔਰ ਸਰਕਾਰ ਜਿਹੜੀ ਆ, ਉਹਨਾਂ ਕਿਸਾਨਾਂ ਦੀ, ਜਿਹੜੇ ਜੈਨੂਅਨ ਕਿਸਾਨ ਨੇ ਸੜਕਾਂ ਤੇ ਬੈਠੇ ਆ, ਉਹਨਾਂ ਦੀ ਇੱਜ਼ਤ ਕਰਦੇ ਆ। ਇਹ ਚੰਦ ਕਿਸਾਨ ਲੀਡਰਾਂ ਦੇ ਨਹੀਂ ਜਿਹੜੇ ਗੁੰਮਰਾਹ ਕਰ ਰਹੇ ਆ। ਜਿੱਦਣ ਕਿਸਾਨ ਨੂੰ ਸਮਝ ਆ ਗਈ ਵੀ ਇਹ ਗੁੰਮਰਾਹ ਕਰ ਰਹੇ ਆ, ਹੁਣ ਮੋਦੀ ਜੀ ਨੇ ਤਾਂ 2-2 ਹਜ਼ਾਰ ਰੁਪਏ ਦੇ ਖਾਤਿਆਂ 'ਚ ਪਾਤਾ। ਉਹਨਾਂ ਨੇ 2-2 ਹਜ਼ਾਰ ਲੈ ਕੇ ਇਹਨਾਂ ਨੂੰ ਹਿਸਾਬ ਹੀ ਨਹੀਂ ਦਿੰਦੇ। ਹਰ ਪਿੰਡ 'ਚ ਝਗੜਾ ਹੋਇਆ, ਆਪੇ ਕਿਸਾਨਾਂ ਨੇ ਇਹਨਾਂ ਨੂੰ ਲੱਭਣ ਲੱਗ ਜਾਣਾ ਕਿ ਤੁਸੀਂ ਹੈਗੇ ਕਿੱਥੇ ਹੋ, ਸਾਡਾ ਪੈਸਾ ਖਾ ਕੇ ਕਿੱਥੇ ਚਲੇ ਗਏ। ਪੰਜਾਬ ਨੂੰ ਇਸ ਵਾਰ ਬਾਰਦਾਨਾ ਨਹੀਂ ਮਿਲਿਆ, ਇਹ ਕੋਇਨਸੀਡੈਂਸ ਸੀਗਾ? ਨਹੀਂ, ਬਾਰਦਾਨਾ ਸਟੇਟ ਗਵਰਨਮੈਂਟ ਦੀ ਡਿਊਟੀ ਹੁੰਦੀ ਹੈ, ਨਾ ਕਿ ਸੈਂਟਰਲ ਗਵਰਨਮੈਂਟ ਦੀ। ਖਰੀਦਣਾ ਸਟੇਟ ਨੇ ਸੀ, ਪਰ ਦੇਣਾ ਤਾਂ ਜਿਹੜੀ ਮਿਨਿਸਟਰੀ ਹੈ, ਟੈਕਸਟਾਈਲ ਮਿਨਿਸਟਰੀ, ਉਹ ਤਾਂ ਸੈਂਟਰ ਦੇ ਅੰਡਰ ਹੀ ਆਉਂਦੀ ਹੈ। ਨਹੀਂ, ਉਹ ਬੰਗਾਲ ਇਲੈਕਸ਼ਨ ਕਰਕੇ ਉਹਦੀ ਪ੍ਰੋਡਕਸ਼ਨ ਘੱਟ ਹੋਈ ਹੈ, ਤਾਂ ਸੱਚੀ ਗੱਲ ਆ, ਉੱਥੇ ਪ੍ਰੋਡਕਸ਼ਨ ਘੱਟ ਹੋਈ ਹੈ, ਪਰ ਉਹਦਾ ਅਰੇਂਜਮੈਂਟ ਪਹਿਲਾਂ ਸਟੇਟ ਗਵਰਨਮੈਂਟ ਨੇ ਕਰਨਾ ਹੁੰਦਾ ਸੀ। ਬਾਦਲ ਸਾਹਿਬ ਦੇ ਟਾਈਮ ਤੇ ਤੁਸੀਂ ਦੇਖਿਆ ਹੋਣਾ, ਕਦੇ ਬਾਰਦਾਨਾ ਨਹੀਂ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਆਪਦੇ ਉੱਥੋਂ ਜਿੱਥੇ ਬੈਠੇ ਉਹ ਮਹਿਲ ਬਣਾ ਲਿਆ ਤੇ ਸਿਸਵਾ 'ਚ, ਤੇ ਉੱਥੇ ਬੈਠੇ ਆ, ਉੱਥੋਂ ਟਾਈਮ ਨਹੀਂ ਲੱਗਦਾ। 11 ਵਜੇ ਦਿਨ ਸ਼ੁਰੂ ਹੁੰਦਾ, 4 ਵਜੇ ਦਿਨ ਖਤਮ ਹੋ ਜਾਂਦਾ। ਉਸ ਤੋਂ ਬਾਅਦ ਕਿਸੇ ਨੂੰ ਮਿਲਦੇ ਨਹੀਂ, ਗੱਲ ਨਹੀਂ ਕਰਦੇ। ਤੇ ਇਹ ਤਾਂ ਚੀਫ ਮਿਨਿਸਟਰ ਦੀ ਡਿਊਟੀ ਹੁੰਦੀ ਹੈ ਨਾ, ਬਈ ਭਾਈ ਕਿਸਾਨ ਲਈ ਬਾਰਦਾਨਾ ਵੀ ਲਿਆਓ, ਤੇ ਉਹ ਸਾਡੀ ਡਿਊਟੀ ਥੋੜ੍ਹਾ ਹੈਗੀ ਹੈ। ਹੁਣ ਆਪਦੀ ਸਰਕਾਰ ਚਲਾਉਣਾ, ਆਪਦੀ ਪਾਰਟੀ ਨੂੰ ਇਕੱਠਾ ਰੱਖਣਾ, ਆਰੋਪ ਇੱਕ ਦੂਜੇ ਤੇ ਲਾ ਰਹੇ ਆ, ਉਹ ਕਰਨਾ, ਉਹ ਤਾਂ ਉਹਨਾਂ ਦੀ ਡਿਊਟੀ ਹੈ, ਸਾਡੀ ਥੋੜ੍ਹਾ ਹੈਗੀ ਹੈ। ਕਹਿੰਦੇ ਆ ਇਹ ਤਾਂ ਬੀਜੇਪੀ ਇੰਟਰਫੇਅਰ ਕਰ ਰਹੀ ਹੈ ਜੀ, ਬੀਜੇਪੀ ਨੇ ਪੜ੍ਹਾਤੇ ਜੀ, ਬੀਜੇਪੀ ਨੇ ਸਿਖਾਤੇ ਜੀ। ਅਰੇ ਭਾਈ, ਜੇ ਅਸੀਂ ਸਿਖਾਏ ਹੁੰਦੇ ਤਾਂ ਤੁਸੀਂ ਜਿਹੜਾ ਰਾਜਨੀਤਿਕ ਆਤੰਕਵਾਦ ਪੰਜਾਬ 'ਚ ਫੈਲਾ ਰਹੇ ਹੋ, ਸਾਡੇ ਵਰਕਰਾਂ ਤੇ ਬਰਦਾਸ਼ਤ ਦੇ ਰਹੇ ਹੋ, ਇਹ ਕੌਣ ਕਰ ਰਿਹਾ ਹੈ? ਗੁੰਡਾਗਰਦ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ, ਕਾਂਗਰਸ ਕਰ ਰਹੀ ਹੈ। ਜਿਹੜੇ ਸਾਨੂੰ ਧਮਕੀਆਂ ਆ ਰਹੀਆਂ ਨੇ, ਜੋ ਹੋ ਰਿਹਾ, ਤੁਸੀਂ ਤੁਹਾਡੇ ਧੰਦੇ ਬੰਦ ਕਰ ਦਿਆਂਗੇ, ਕੌਣ ਕਰਵਾ ਰਿਹਾ? ਇਹਨੂੰ ਰਾਜਨੀਤਿਕ ਆਤੰਕਵਾਦ ਕਹਿੰਦੇ ਆ, ਤੇ ਸਰਕਾਰ ਕਰਵਾ ਰਹੀ ਹੈ, ਸਰਕਾਰੀ ਬਰਦਾਸ਼ਤ ਹੈ। ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਇਹਦੇ ਵਿੱਚੋਂ ਹੱਲ, ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਕਿ ਸਾਰਥਕ ਹੱਲ ਦੀ ਗੱਲ ਸੀਗੀ, ਨਿਕਲੂਗਾ ਕੀ ਸਰਕਾਰ ਜਾਂ ਤੁਸੀਂ ਆਪਣੇ ਵੱਲੋਂ ਸਰਕਾਰ ਨੂੰ ਕੋਈ ਬੈਠ ਕੇ ਪ੍ਰਪੋਜ਼ਲ ਇੰਟਰਨਲੀ ਡਿਸਕਸ ਹੋਇਆ ਕਿ ਇੱਥੇ ਜੇ ਆਉਣਗੇ ਤਾਂ ਮੰਨ ਲਈ ਜਾਊਗੀ ਗੱਲ? ਦੇਖੋ, ਗੱਲ ਤਾਂ ਕਿਤੇ ਨਾ ਕਿਤੇ ਖਤਮ ਕਰਨੀ ਆ, ਠੀਕ ਹੈ। ਸੁਹਿਰਦ ਮਾਹੌਲ 'ਚ ਗੱਲ ਹੋਵੇ ਤਾਂ ਗੱਲ ਹੋ ਜਾਊਗੀ। ਜਿਸ ਤਰ੍ਹਾਂ ਇਹ ਗੱਲ ਕਰਦੇ ਆ ਨਾ
ਜਿਵੇਂ ਹੁਣ ਰਾਜੇਵਾਲ ਨੇ ਇੱਕ ਪਾਸੇ ਤਾਂ ਚਿੱਠੀ ਲਿਖਤੀ, ਦੂਜੀ ਪ੍ਰੈਸ ਕਾਨਫਰੰਸ ਕਰਕੇ ਪਤਾ ਕੀ ਕਹਿੰਦਾ, ਬੰਗਾਲ 'ਚ ਮੰਜੇ ਆ, ਹੁਣ ਉੱਤਰਾਖੰਡ 'ਚ ਮੰਜਾਂਗੇ, ਫਿਰ ਯੂਪੀ 'ਚ ਵੀ ਮੰਜਾਂਗੇ, ਆਹ ਕਿਹਾ ਉਹਨੇ। ਇਹ ਇਸ ਭਾਸ਼ਾ ਨਾਲ ਗੱਲ ਹੋ ਸਕਦੀ ਹੈ? ਕੀ ਮੰਜਣਾ, ਤੂੰ ਲਾ ਲਾ ਜਿਹੜਾ ਜ਼ੋਰ ਲਾਉਣਾ, ਅੱਗੇ ਵੀ ਲਾ ਲਈ ਹੈ। ਸਾਡੀ 10% ਤੋਂ 37% ਅਸੀਂ ਵੋਟਾਂ 'ਤੇ ਆ ਗਏ ਹੈ, 3 ਸੀਟਾਂ ਸਾਡੇ ਕੋਲ ਸੀ, 77 ਸੀਟਾਂ 'ਤੇ ਅਸੀਂ ਚਲੇ ਗਏ। ਇਸੇ ਤਰ੍ਹਾਂ ਸਾਨੂੰ ਕਿਤੇ ਵੀ ਦਾਵਾ ਤਾਂ ਸੀ ਨਾ ਵੀ ਸਰਕਾਰ ਬਣੂਗੀ, ਉੱਥੇ ਬਹੁਤ ਗੱਲਾਂ ਹੋਈ, ਤਾਂ ਕਿਸਾਨ ਕਹਿੰਦੇ ਕਿ ਅਸੀਂ ਗਏ ਉੱਥੇ ਇੰਪੈਕਟ ਪਿਆ ਸਾਡਾ। ਇਹਨਾਂ ਨੂੰ ਕੌਣ ਜਾਣਦਾ ਉੱਥੇ, ਨਾ ਇਹਨਾਂ ਦੀ ਕੋਈ ਭਾਸ਼ਾ ਸਮਝਦਾ, ਨਾ ਇਹਨਾਂ ਦਾ ਕੋਈ ਕਲਚਰ ਆ ਉੱਥੋਂ ਦਾ। ਐਵੇਂ ਗੱਲਾਂ ਮਾਰੀ ਜਾਂਦੇ, 2 ਦਿਨ 'ਚ ਜਾ ਕੇ ਇਲੈਕਸ਼ਨ ਜਿਤਾਇਆ ਹੈ, ਗੱਲਾਂ ਇਹਨਾਂ ਦੀਆਂ ਗੱਲਾਂ ਨੇ। ਫਿਰ ਇਹ ਤਾਂ ਅਸਾਮ 'ਚ ਵੀ ਗਏ ਸੀ, ਹਰਾਇਆ ਹੈ ਸਾਨੂੰ, ਇਹੋ ਜਿਹਾ ਕੁਛ ਨਹੀਂ ਹੈ। ਯੂਪੀ 'ਚ ਲੋਕਲ ਬਾਡੀਜ਼ ਦੀਆਂ ਚੋਣਾਂ ਹਾਰੇ ਆ ਉੱਥੇ, ਤੁਸੀਂ ਦੇਖੋ। ਅਰੇ ਬਈ ਚੋਣਾਂ, ਹਰ ਪਾਰਟੀਆਂ ਚੋਣਾਂ, ਜੋ ਲੋਕਤੰਤਰ ਜਿੱਤਦੇ ਵੀ ਆ, ਹਾਰਦੇ ਵੀ ਆ, ਉਹ ਕੋਈ ਇਹਨਾਂ ਕਰਕੇ ਥੋੜਾ ਹਾਰੇ ਆ। ਇਹਨਾਂ ਨੇ ਤਾਂ ਕਰੋਨਾ ਫੈਲਾਇਆ, ਪੰਜਾਬ ਦੇ ਪਿੰਡਾਂ 'ਚ ਫੈਲਾਤਾ, ਉਧਰ ਯੂਪੀ 'ਚ ਫੈਲਾਤਾ, ਲਾਸ਼ਾਂ ਹੀ ਲਾਸ਼ਾਂ ਪਈਆਂ ਨੇ ਉੱਥੇ। ਉਹਨਾਂ ਦੇ ਜ਼ਿੰਮੇਦਾਰ ਕੌਣ ਨੇ? ਇਹ ਹਥਿਆਰੇ ਆ ਇੱਕ ਤਰ੍ਹਾਂ ਦੇ, ਇਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ। ਪਹਿਲਾਂ ਤੁਸੀਂ ਕਹਿ ਰਹੇ ਸੀਗੇ ਕਿ ਇਹ ਰਾਜਨੀਤਿਕ ਏਜੰਡਾ ਹੈ ਕਿ ਅਟੈਕ ਪ੍ਰਧਾਨ ਮੰਤਰੀ ਨੂੰ ਕਰਨਾ ਹੈ ਕਿ ਬੀਜੇਪੀ ਹਾਰ ਜੇ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਕਰਕੇ ਹਾਰਦੇ ਨਹੀਂ, ਇੱਕ ਸਟੇਟਮੈਂਟ ਰੱਖਣੀ ਪੈਣੀ ਹੈ। ਨਹੀਂ, ਸਟੇਟਮੈਂਟ ਇੱਕੋ ਹੀ ਆ, ਉਹਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੋਇਆ। ਤੁਸੀਂ ਮੈਨੂੰ ਪੁੱਛਿਆ ਨਾ ਵੀ ਤੁਸੀਂ ਗਰਮ ਕਿਉਂ ਬੋਲਦੇ ਹੋ, ਮੈਂ ਗਰਮ ਤਾਂ ਬੋਲਦਾ ਜਦੋਂ ਮੇਰੇ ਲੀਡਰ ਤੇ ਅਟੈਕ ਕਰਨਗੇ ਔਰ ਅਨਨੈਸੈਸਰੀ ਬਿਨਾਂ ਕਿਸੇ ਰੀਜ਼ਨ ਤੋਂ ਕਰਨਗੇ, ਔਰ ਉਹ ਗੱਲ ਵੀ ਸੱਚੀ ਨਹੀਂ ਹੈ, ਝੂਠਾ ਹੈਗਾ, ਤਾਂ ਅਸੀਂ ਬੋਲਾਂਗੇ ਨਹੀਂ ਇਹਨਾਂ ਨੂੰ ਨਹੀਂ ਐਕਸਪੋਜ਼ ਕਰਾਂਗੇ, ਇਹਨਾਂ ਨੂੰ ਕਿਸਾਨਾਂ 'ਚ ਵੀ ਐਕਸਪੋਜ਼ ਕਰਾਂਗੇ। ਭਾਸ਼ਾ ਦੀ ਵੀ ਇੱਕ ਮਰਿਆਦਾ ਹੋਣੀ ਚਾਹੀਦੀ, ਸਿਆਸਤ 'ਚ ਵੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ। ਉਹ ਮਰਿਆਦਾ ਜਿਹੜੀ ਲੰਘੀ ਜਾ ਰਹੀ ਹੈ। ਗੱਲ ਇਹ ਹੈ ਮੇਰੇ ਨੂੰ ਕਿ ਪਹਿਲੇ ਦਿਨੋਂ ਹਮੇਸ਼ਾ ਹੀ ਹੋਇਆ, ਜਿਵੇਂ ਤੁਸੀਂ ਅਰਬਨ ਨਕਸਲ ਜਾਂ ਉਹ ਸ਼ਬਦ ਵਰਤੇ, ਪਹਿਲੇ ਦਿਨੋਂ ਹੀ ਇਹ ਕਿਹਾ ਗਿਆ ਕਿ ਸਾਨੂੰ ਅੰਦੋਲਨ ਜੀਵੀ ਸ਼ਬਦ ਵੀ ਤੁਸੀਂ ਵਰਤਿਆ, ਪ੍ਰਧਾਨ ਮੰਤਰੀ ਨੇ ਵੀ ਵਰਤਿਆ ਸੀ, ਤੁਸੀਂ ਵਰਤਿਆ। ਇਹੀ ਸਮੱਸਿਆ ਕਿਸਾਨ ਨੂੰ ਹੈ ਕਿ ਇਹ ਸ਼ਬਦ ਕਿਉਂ ਵਰਤੇ ਜਾਂਦੇ। ਮੇਰੀ ਗੱਲ ਸੁਣੋ, ਦੇਸ਼ 'ਚ ਕਿਤੇ ਵੀ ਅੰਦੋਲਨ ਹੋਵੇ, ਆ ਜੋਗਿੰਦਰ ਯਾਦਵ ਉੱਥੇ ਹੀ ਪਹੁੰਚਿਆ ਹੁੰਦਾ, ਕਵਿਤਾ ਵੀ ਉੱਥੇ ਹੀ ਪਹੁੰਚੀ ਹੁੰਦੀ ਹੈ, ਤੇ ਹੋਰ ਕੀ ਕਹਾਂਗੇ, ਅੰਦੋਲਨ ਜੀ ਵੀ ਕਹਾਂਗੇ। ਇੱਕ ਖਾਸ ਵਰਗ ਲਈ ਕੋਈ ਗੱਲ ਹੋਵੇ ਤਾਂ ਕਰਦੇ, ਹੁਣ ਠੀਕ ਆ, ਤੁਸੀਂ ਕਰ ਲਓ, ਇੰਪਲੋਈਜ਼ ਦਾ ਕਰ ਲਓ, ਉੱਥੇ ਵੀ ਪਹੁੰਚ ਜਾਂਦੇ ਆ, ਕਿਤੇ ਹੋਰ ਵੀ ਪਹੁੰਚ ਜਾਂਦੇ ਆ। ਤਾਂ ਤੁਹਾਨੂੰ ਸਿਰਫ ਸਮੱਸਿਆ ਯੋਗਿੰਦਰ ਯਾਦਵ ਜਾਂ ਕਵਿਤਾ ਜਾਂ ਇਹਨਾਂ ਤੋਂ ਬਾਕੀਆਂ ਨਾਲ ਬੈਠ ਕੇ ਆਰਾਮ ਨਾਲ ਗੱਲ ਹੋ ਸਕਦੀ ਹੈ? ਨਹੀਂ, ਸਾਰਿਆਂ ਨਾਲ ਹੀ ਹੋ ਜੂਗੀ ਗੱਲ। ਤਾਂ ਗੱਲ ਦੀ ਕੋਈ ਗੱਲ ਥੋੜਾ, ਕਰਨਾ ਤਾਂ ਚਾਹਣ, ਜਦੋਂ ਖਤਮ ਕਰਨਾ ਚਾਹਣਗੇ, ਗੱਲ ਕਰਨਾ ਚਾਹਣਗੇ ਤੇ ਗੱਲ ਹੋ ਜੂਗੀ। ਜੇ ਹੁਣ ਤੁਸੀਂ ਅੰਦਰ ਮੀਟਿੰਗ 'ਚ ਬੈਠੇ ਹੋ, ਤਖਤੀ ਲੈ ਕੇ ਬੈਠ ਜਾਓਗੇ, ਜਿੱਤਾਂਗੇ ਜਾਂ ਮਰਾਂਗੇ, ਕੋਈ ਤਰੀਕਾ ਹੈਗਾ? ਤੁਸੀਂ ਕੁਰਸੀ ਘੁਮਾ ਕੇ ਬੈਠ ਜਾਓਗੇ, ਆਪਾਂ ਗੱਲ ਕਰ ਰਹੇ ਹਾਂ, ਮੈਂ ਦੂਜੇ ਪਾਸੇ ਮੂੰਹ ਕਰਨਾ ਚੇਅਰ ਘੁਮਾ ਕੇ, ਤੇ ਇਹ ਕੋਈ ਤਰੀਕਾ ਹੈਗਾ? ਇਹ ਤਾਂ ਅਨਾਦਰ ਹੈਗਾ ਨਾ ਸਾਹਮਣੇ ਵਾਲੇ ਦਾ। 3 ਮੰਤਰੀਆਂ ਦਾ ਅਨਾਦਰ ਕਰਨਾ ਔਰ 7-7 ਘੰਟੇ ਕਰਨਾ, ਉਹਨਾਂ ਦੀ ਟੋਲਰੈਂਸ ਦੇਖੋ ਕਿੰਨੀ ਜ਼ਿਆਦਾ, ਸਹਿਨਸ਼ੀਲਤਾ ਕਿੰਨੀ ਹੈ, ਇਹਨਾਂ ਦੀ ਬਦਤਮੀਜ਼ੀ ਸਹੀ ਸਾਰੀ। ਇਹ ਅਪਰੋਚ ਹੋ ਸਕਦੀ ਹੈ, ਗੱਲਬਾਤ ਦੇ ਟੁਵਰਡਸ ਅਪਰੋਚ ਹੈ ਕਿ ਅਸੀਂ ਆਪਣਾ ਰੋਸ ਜ਼ਾਹਰ ਕਰ ਰਹੇ ਹਾਂ, ਗੁੱਸਾ ਜ਼ਾਹਰ ਕਰ ਰਹੇ ਹਾਂ ਕਿ ਸਾਡੀ ਮੰਗ ਨਹੀਂ ਮੰਨੀ ਜਾ ਰਹੀ। ਕਾਹਦਾ ਗੁੱਸਾ ਜੀ, ਉਹਨਾਂ ਦੀ ਕੋਈ ਮੱਝ ਖੋਲ ਲਈ, ਅਸੀਂ ਕੋਈ ਗੁੱਸਾ ਹੈਗਾ? ਕੋਈ ਗੱਲ ਹੀ ਨਹੀਂ ਹੈ। ਤੇ ਕਿਸਾਨ ਦੇ ਹਿੱਤ 'ਚ ਗੱਲ ਕਰ ਰਹੇ ਹਾਂ। ਅੱਜ ਤੱਕ ਤਾਂ ਕੋਈ ਨੁਕਸਾਨ ਕੀ ਹੋ ਗਿਆ, ਉਹ 3 ਕਾਨੂੰਨ ਲਾਗੂ ਤਾਂ ਹੋਏ ਨਹੀਂ। ਇਹ ਕਰਦੇ ਰਹਿਣਾ, ਇੰਨੀ ਅਨਪੜ੍ਹਤਾ ਔਰ ਇੰਨੀ ਗਲਤ ਜਹਾਲਤ ਆ ਕਿ ਇਹ ਕਹਿਣਾ ਕਿ 3 ਕਾਨੂੰਨਾਂ ਨੇ ਦੇਸ਼ ਤਬਾਹ ਕਰਤਾ, 3 ਕਾਨੂੰਨਾਂ ਨੇ ਨੁਕਸਾਨ, ਅਰੇ ਉਹ ਤਾਂ ਲਾਗੂ ਹੀ ਨਹੀਂ ਹੋਏ, ਤਾਂ ਹੋਲਡ ਤੇ ਨੇ। ਫਿਰ ਉਹਨੇ ਕੀ ਤਬਾਹ ਕਰਤਾ? ਗੱਲ ਹੀ ਨਹੀਂ। ਇਦਾਂ ਦੀਆਂ ਗੱਲਾਂ ਕਰਦੇ ਆ। ਮੈਂ ਕਈ ਵਾਰ ਟੀਵੀ ਤੇ ਰੋਕ ਕੇ ਕਹਿਣਾ ਉਹਨਾਂ ਕਿ ਪਹਿਲਾਂ ਇਹਨਾਂ ਨੂੰ ਕਹਿ ਦੱਸ ਦਿਓ ਕਿ ਇਹ ਲਾਗੂ ਨਹੀਂ ਹੋਏ। ਫਰੀਜ਼ ਨੇ, ਸੁਪਰੀਮ ਕੋਰਟ ਨੇ ਫਰੀਜ਼ ਕੀਤੇ, ਹੋਲਡ ਕੀਤੇ ਹੋਏ ਆ। ਪਰ ਕੀ ਸਰਕਾਰ ਗੱਲਬਾਤ ਲਈ ਸੱਦਾ ਦੇਊਗੀ? ਹੁਣ ਇਹ ਗੱਲਬਾਤ ਅੱਗੇ ਤੁਰੂਗੀ? ਉਹ ਸਰਕਾਰ ਤਾਂ ਹਮੇਸ਼ਾ ਤਿਆਰ ਆ। ਇਹ ਪਹਿਲਾਂ ਆਪਸ 'ਚ ਤਾਂ ਗੱਲ ਫੈਸਲਾ ਕਰ ਲੈਣ। ਹੁਣ ਉਹ ਕਹਿੰਦੇ ਅਸੀਂ ਇਹਨਾਂ ਦੀ ਗੱਲ ਨਹੀਂ ਮੰਨਦੇ, ਉਹ ਕਹਿੰਦੇ ਇਹਨਾਂ ਦੀ ਨਹੀਂ ਮੰਨਦੀ। ਕੌਣ ਕਹਿੰਦਾ ਕਿਹਦੀ ਨਹੀਂ ਮੰਨਦੇ? ਅੱਜ 7-8 ਨੇ ਇੱਕ ਦੂਜੇ ਦਾ ਵਿਰੋਧ ਕਰਤਾ। ਉਹ ਬੂਟਾ ਸਿੰਘ ਬੁਰਜਗਿੱਲ ਉਹਨਾਂ ਨੇ ਕਹਿਤਾ ਕਿ ਇਹ ਜਿਹੜੀ ਚਿੱਠੀ ਲਿਖੀ ਹੈ ਗਲਤ ਲਿਖੀ ਆ, ਤੇ ਰਾਜੇਵਾਲ ਉਹਨਾਂ ਨੇ ਚਿੱਠੀ ਲਿਖੀ ਆ। ਉਹ ਕਹਿੰਦੇ ਅਸੀਂ ਜੋਗਿੰਦਰ ਯਾਦਵ ਤੇ ਇਹਨੂੰ ਪਾਰਟੀ 'ਚ ਇਹਦੇ 'ਚੋਂ ਕੱਢ ਦੇਣਾ, ਦਰਸ਼ਨਪਾਲ ਨੂੰ। ਤੇ ਉਹ ਤਾਂ ਹੁਣ ਉਹਨਾਂ ਦਾ ਫੈਸਲਾ ਨਾ, ਅਸੀਂ ਥੋੜ੍ਹਾ ਇਹਦੇ 'ਚ ਨਾ ਕਿਸੇ ਨੂੰ ਅਸੀਂ ਕੱਢਣਾ ਨਾ ਰਖਾਉਣਾ। ਏਕਾ ਕਰਕੇ ਆ ਜਾਣ, ਗੱਲ ਕਰ ਲੈਣ, ਜਾਂ ਜਿਹੜੇ 26-27 ਨੇ ਉਹ ਕਹਿਣ ਜੀ ਇਹ ਤਾਂ ਕਰਨਾ ਨਹੀਂ ਚਾਹੁੰਦੇ, ਅਸੀਂ ਤੁਹਾਡੇ ਨਾਲ ਸਮਝੌਤਾ ਕਰਦੇ ਹਾਂ, ਆ ਜਾਓ, ਹੁਣ ਉਹਨਾਂ ਨਾਲ ਅਸੀਂ ਡਿਸਕਸ ਕਰ ਲਾਂਗੇ। ਇਹੋ ਜਿਹੀ ਗੱਲ ਥੋੜ੍ਹਾ ਹੈਗੀ ਹੈ। ਕੋਈ ਵੀ ਕਿਸਾਨ ਬੈਠਣਾ ਚਾਹੁੰਦਾ ਹੋਵੇ ਉਹਦੇ ਨਾਲ ਬੈਠਾਂਗੇ, ਉਹਦੀ ਗੱਲ ਸੁਣਾਂਗੇ। ਨਰਿੰਦਰ ਸਿੰਘ ਤੋਮਰ ਜੀ ਨੇ ਇਹੀ ਕਿਹਾ ਨਾ। ਪ੍ਰਧਾਨ ਮੰਤਰੀ ਕਿਉਂ ਨਹੀਂ ਮਿਲਦੇ? ਪ੍ਰਧਾਨ ਮੰਤਰੀ ਬੁਲਾਉਣ, ਇਨਵਾਈਟ ਕਰ ਲੈਣ, ਗੱਲਬਾਤ ਕਰਨ। ਅਰੇ ਪ੍ਰਧਾਨ ਮੰਤਰੀ ਨੇ ਇੰਨੀਆਂ ਸਮੱਸਿਆਵਾਂ ਨੇ, ਉਹ ਦੇਖਣੀਆਂ ਹੁੰਦੀਆਂ ਨੇ। ਇਹ ਵੀ ਤਾਂ ਵੱਡੀ ਸਮੱਸਿਆ ਹੈ। ਕੋਈ ਵੱਡੀ ਸਮੱਸਿਆ ਨਹੀਂ। ਦੇਸ਼ ਦੇ 65% ਆਬਾਦੀ ਕਿਸਾਨਾਂ ਦੀ ਹੈ। ਗਰੇਵਾਲ ਸਾਹਿਬ ਕਿਉਂ ਉਹਨਾਂ ਨੂੰ ਚੜਾਈ ਜਾਂਦੇ ਹੋ? 6 ਜ਼ਿਲ੍ਹਿਆਂ ਦਾ ਅੰਦੋਲਨ ਆ, 4 ਜ਼ਿਲ੍ਹੇ ਪੰਜਾਬ ਦੇ ਆ, 2 ਜ਼ਿਲ੍ਹੇ ਉੱਥੋਂ ਦੇ ਆ, ਹਰਿਆਣੇ ਦੇ। ਮੱਧ ਪ੍ਰਦੇਸ਼ ਦੇ ਵਿੱਚ 2 ਦਿਨ ਪਹਿਲਾਂ ਨਰਿੰਦਰ ਤੋਮਰ ਸਾਹਿਬ ਨੂੰ ਘੇਰ ਕੇ ਕਿਸਾਨਾਂ ਨੇ ਗੱਲ ਕਹੀ, 4 ਬੰਦਿਆਂ ਨੇ ਮੁਰਦਾਬਾਦ ਕਰਤੀ। ਉਹਦੇ ਨਾਲ ਕੀ ਹੁੰਦਾ? ਉਹਨਾਂ ਨੇ ਕਹੀ ਕਿ ਅੰਦੋਲਨ ਇੱਥੇ ਵੀ ਚੱਲ ਰਿਹਾ, ਕੱਲਾ ਪੰਜਾਬ ਤੱਕ ਸੀਮਤ ਨਹੀਂ ਹੈ। ਕਿਤੇ ਨਹੀਂ ਚੱਲ ਰਿਹਾ, ਕਿਤੇ ਨਹੀਂ ਚੱਲ ਰਿਹਾ। ਪੂਰੇ ਦੇਸ਼ ਦਾ ਅੰਦੋਲਨ ਨਹੀਂ ਮੰਨਦੇ ਤੁਸੀਂ? 800 ਸੰਗਠਨ ਨੇ ਕਿਸਾਨਾਂ ਦੇ, 760 ਜਿਹੜੇ ਆ ਉਹ ਕਹਿੰਦੇ ਇਹ ਕਾਨੂੰਨ ਗੋਰੇ ਆ, 40 ਸੰਗਠਨ ਕਹਿੰਦੇ ਇਹ ਕਾਨੂੰਨ ਕਾਲੇ ਆ। 24 ਕਰੋੜ ਕਿਸਾਨ ਆ ਤੇ 2 ਲੱਖ ਕਿਸਾਨ ਨਹੀਂ ਹੋਣਾ ਇਹਨਾਂ ਦੇ ਨਾਲ, ਜਿਹੜਾ ਇਹ ਕਹਿੰਦਾ ਇਹ ਕਾਨੂੰਨ ਗਲਤ ਆ, ਤੇ ਬਾਕੀ ਪੂਰੇ ਦੇਸ਼ ਦਾ ਕਿਸਾਨ ਕਹਿੰਦਾ ਕਾਨੂੰਨ ਬਹੁਤ ਵਧੀਆ, ਗੁਣ ਗਾਉਂਦੇ।
ਤਾਂ ਫਿਰ ਇਹਦਾ ਮਤਲਬ ਹੁਣ ਨਹੀਂ ਗੱਲਬਾਤ ਹੋਊਗੀ ਅੱਗੇ? ਨਹੀਂ ਗੱਲਬਾਤ ਕਿਉਂ ਨਹੀਂ ਹੋਊ, ਗੱਲਬਾਤ ਤਾਂ ਹੋਊਗੀ, ਪਰ ਗੱਲਬਾਤ ਮਰਿਆਦਾ 'ਚ ਰਹਿ ਕੇ ਕਰਨੀ ਚਾਹੀਦੀ ਹੈ ਨਾ। ਇਹ ਨਹੀਂ ਨਾ ਉਦੋਂ ਅਸੀਂ ਇੱਥੇ ਵੀ ਮੰਨ ਜਾਾਂਗੇ ਉੱਥੇ ਵੀ ਮੰਨ ਜਾਾਂਗੇ, ਕੋਈ ਗੱਲ ਹੈ? ਕੀ ਮੰਨ ਦੇਗਾ ਭਾਈ, ਆ ਜਾ, ਇਹ ਵੀ ਜ਼ੋਰ ਲਾ ਲੈ। ਇਹ ਗੱਲ ਨਹੀਂ ਹੈ, ਇਦਾਂ ਦੀ ਭਾਸ਼ਾ ਨਹੀਂ ਬੋਲਣੀ ਚਾਹੀਦੀ। ਜੇ ਗੱਲ ਖਤਮ ਕਰਨੀ ਆ ਤਾਂ ਸਾਜ਼ਗਾਰ ਮਾਹੌਲ ਹੋਣਾ ਚਾਹੀਦਾ, ਸੁਹਿਰਦ ਮਾਹੌਲ ਹੋਣਾ ਚਾਹੀਦਾ। ਅਸੀਂ ਇਹ ਕਹਿੰਦੇ ਹਾਂ। ਕਿਸੇ ਖਾਸ ਲੀਡਰ ਨਾਲ ਪ੍ਰੋਬਲਮ ਹੈ ਜਾਂ ਕਿਸੇ ਖਾਸ ਲੀਡਰ ਤੱਕ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਉਹਦੇ ਕਰਕੇ ਨਹੀਂ ਹੋ ਪਾ ਰਹੀ, ਜਾਂ ਇਨ ਟੋਟਲ ਦੇਖਦੇ ਹੋ ਤੁਸੀਂ ਸਾਰੇ ਸੰਯੁਕਤ ਕਿਸਾਨ ਮੋਰਚੇ ਨੂੰ? ਖਾਸ ਲੀਡਰ ਨਾਲ ਕੀ ਦੱਸੀਏ, ਜਿਹੜਾ ਵੀ ਆਉਂਦਾ ਟੀਵੀ ਤੇ ਤੁਸੀਂ ਪੰਜਾਬ 'ਚ ਵੜ ਕੇ ਦਿਖਾਓ। ਪੰਜਾਬ ਦਾ ਠੇਕਾ ਲਿਆ ਇਹਨਾਂ ਨੇ, ਇਹਨਾਂ ਦਾ ਹੀ ਇਕੱਲਿਆਂ ਦਾ ਪੰਜਾਬ ਆ, ਸਾਡਾ ਨਹੀਂ ਹੈ, ਸਾਰਿਆਂ ਦਾ ਹੀ ਹੈਗਾ ਪੰਜਾਬ। ਤਾਂ ਪੰਜਾਬ ਪੰਜਾਬੀਆਂ ਦਾ। ਇਹ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ। ਇਹਨਾਂ ਨੂੰ ਮਰਿਆਦਾ ਹੀ ਨਹੀਂ ਹੈ, ਇਹਨਾਂ ਨੂੰ ਪਤਾ ਹੀ ਨਹੀਂ ਹੈ, ਡੈਮੋਕ੍ਰੈਟਿਕ ਬਿਹੇਵੀਅਰ ਨਹੀਂ ਹੈ ਇਹਨਾਂ ਦਾ, ਲੋਕਤੰਤਰਿਕ ਤਰੀਕੇ ਦਾ ਵਿਵਹਾਰ ਨਹੀਂ ਹੈ ਇਹਨਾਂ ਦਾ। ਜਿਹੜਾ ਵਿਰੋਧ ਹੋ ਰਿਹਾ ਹੈ ਗਰਾਊਂਡ ਦੇ ਉੱਤੇ ਬੀਜੇਪੀ ਦਾ, ਤੁਹਾਨੂੰ ਨਹੀਂ ਲੱਗਦਾ ਉਹ ਕਿਸਾਨ ਦਾ, ਆਮ ਕਿਸਾਨ ਦਾ ਵਿਰੋਧ ਹੈ? ਉਹ ਨਾ, ਆਮ ਕਿਸਾਨ ਦਾ ਨਹੀਂ, ਇਹਨਾਂ ਨੇ ਕ੍ਰੀਏਟ ਕੀਤਾ ਹੋਇਆ। ਇਹ ਜਿਹੜੇ ਕਮਿਊਨਿਸਟ ਨੇ, ਮਾਓਵਾਦੀ ਨੇ, ਇੱਦਾਂ ਦੀਆਂ ਗੱਲਾਂ ਕਰਦੇ ਨੇ। ਕਿਸਾਨਾਂ ਨੂੰ ਤਾਂ ਗੁੰਮਰਾਹ ਕੀਤਾ ਹੋਇਆ। ਕਿਸਾਨ ਨੂੰ ਜਿੱਦਣ ਜਿਹੜਾ ਸੜਕ ਤੇ ਕਿਸਾਨ ਬੈਠਾ, ਉਹਨੂੰ ਜਿੱਦਣ ਸਮਝ ਆ ਗਿਆ ਕਿ ਸਾਡੇ ਇਹਨਾਂ ਨੇ ਪੈਸੇ ਵੀ ਲੁੱਟ ਲਏ ਇਕੱਠੇ ਕਰਕੇ, ਤੇ ਉਹ ਇਹਨਾਂ ਨੂੰ ਡੰਡੇ ਲੈ ਲੱਭਦਾ ਰਹੂਗਾ। ਸਾਨੂੰ ਫਿਰ ਜ਼ਰੂਰਤ ਨਹੀਂ ਕੁਝ ਕਰਨ ਦੀ, ਅਸੀਂ ਤਾਂ ਚੁੱਪਚਾਪ ਆਰਾਮ ਨਾਲ ਬੈਠਾਂਗੇ, ਇਹਨਾਂ ਦਾ ਭਜਦਿਆਂ ਦਾ ਤਮਾਸ਼ਾ ਦੇਖਾਂਗੇ। ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਕਮਿਊਨਿਸਟਾਂ ਦਾ, ਮਾਓਵਾਦੀਆਂ ਦਾ ਆਧਾਰ ਹੈਗਾ? ਆਹ ਕੀ ਹੈ, ਉਗਰਾਹਾਂ ਵਾਲੀ ਜਥੇਬੰਦੀ CPI ML ਨਾਗੀ ਰੈਡੀ ਗਰੁੱਪ ਹੈ, ਠੀਕ ਹੈ। ਦਰਸ਼ਨਪਾਲ ਕੀ ਹੈ, ਇਹ ਫਾਊਂਡਰ ਮੈਂਬਰ ਹੈ ਨਕਸਲਾਈਟਸ ਦਾ, ਪਤਾ ਨਾ ਤੁਹਾਨੂੰ? ਆਧਾਰ ਸਮਝਦੇ ਹੋ ਤੁਸੀਂ? ਬੇਸ ਹੈਗਾ? ਆਧਾਰ ਅਧੂਰ ਕੁਛ ਨਹੀਂ ਹੈ, ਉਹ ਗੁੰਮਰਾਹ ਕਰ ਲਏ। ਹਾਂ, ਉਗਰਾਹਾਂ ਦੀ ਜਥੇਬੰਦੀ ਜ਼ਰੂਰ ਖੜੀ ਹੋ ਗਈ ਹੈ, ਔਰ ਉਹ ਕੁਛ ਕਿਤੇ ਕਿਤੇ ਨਾ ਡੈਮੋਕ੍ਰੈਟਿਕ ਬਿਹੇਵੀਅਰ ਵੀ ਹੈ ਉਹਦਾ ਇਹਨਾਂ ਦੀ ਤਰ੍ਹਾਂ ਗੁੰਡਾਗਰਦੀ ਵਾਲਾ ਵਿਵਹਾਰ ਨਹੀਂ ਹੈ। ਉਹਨੇ ਗੁੰਡੇ ਨਹੀਂ ਇਕੱਠੇ ਕੀਤੇ, ਉਹਨੇ ਐਜੂਕੇਟ ਕੀਤੇ ਨੇ ਆਪਣੀ ਵਿਚਾਰਧਾਰਾ ਦੇ ਨਾਲ, ਬੰਦੇ ਜੋੜੇ ਨੇ, ਮਹਿਲਾਵਾਂ ਵੀ ਜੋੜੀਆਂ ਨੇ। ਉਹਨਾਂ ਨਾਲ ਗੱਲਬਾਤ ਹੋਈ ਹੈ? ਫੋਨ ਤੇ ਗੱਲਬਾਤ ਹੁੰਦੀ ਹੈ? ਨਹੀਂ, ਉਹ ਤਾਂ ਬੰਦਾ ਗੱਲਬਾਤ ਕਰਨ ਦਾ ਅੱਛਾ ਹੈਗਾ। ਉਹ ਕਹਿੰਦਾ ਭਾਈ ਇਹਨਾਂ ਨਾਲ ਕਰ ਲਓ, ਮੈਨੂੰ ਤਾਂ ਕੋਈ ਹਰਜ ਨਹੀਂ, ਜਿੱਥੇ ਮੰਨਦੇ ਮੰਨ ਜਾਣ। ਉਹਨੇ ਤਾਂ ਆਪਦਾ ਸੰਗਠਨ ਖੜਾ ਕਰਨਾ, ਉਹ ਕਰ ਲਿਆ ਉਹਨੇ, ਹੋਰ ਕਰ ਲਊਗਾ। ਪਹਿਲਾਂ ਉਹਦਾ ਸੰਗਠਨ ਛੋਟਾ ਸੀ, ਉਹਦੇ ਕੋਲ ਦੋ। ਤੁਸੀਂ ਜਿਹੜਾ ਕਹਿ ਰਹੇ ਹੋ ਕਿ 3 ਮਹੀਨੇ ਗੱਲਬਾਤ ਹੁੰਦੀ ਰਹੀ ਸਰਕਾਰ ਦੀ, ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਦੀ ਜਥੇਬੰਦੀ ਨਾਲ ਵੀ ਹੋਈ ਹੈ ਉਹ ਗੱਲਬਾਤ, ਜਾਂ ਉਗਰਾਹਾਂ ਸਾਹਿਬ ਦੇ ਨਾਲ, ਆਪਦੇ ਨਾਲ ਹੋਈ ਉਹ ਗੱਲਬਾਤ? ਜਾਨੀ ਜੀ ਦੀ ਹੋਈ ਹੈ ਕਈ ਵਾਰ, ਤੇ ਉਹਨਾਂ ਨੇ ਕੀਤੀ ਹੈ, ਇਹਨਾਂ ਨਾਲ ਮੈਂ ਨਹੀਂ ਕੀਤੀ। ਪਰ ਉਹ ਆਧਾਰ ਕੀ ਹੁੰਦਾ ਹੈ? ਮੈਂ ਉਹੀ ਕਹਿ ਰਿਹਾ ਕਿ ਉਸ ਗੱਲ ਦਾ ਬੇਸ ਕੀ ਹੁੰਦਾ ਹੈ? ਜਦੋਂ ਉਹ ਕਹਿ ਰਹੇ ਕਿ ਰਿਪੀਲ ਕਰੋ ਜਾਂ ਨਥਿੰਗ, ਤਾਂ ਅੱਗੋਂ ਗੱਲਬਾਤ ਦੀ ਨੈਗੋਸ਼ੀਏਸ਼ਨ ਕੀ ਹੁੰਦੀ ਹੈ? ਦੇਖੋ, ਜੇ ਜਿੱਦ ਤੇ ਗੱਲ ਕਰਨਗੇ, ਜਿੱਦ ਨਾਲ ਤਾਂ ਗੱਲ ਖਤਮ ਨਹੀਂ ਹੁੰਦੀ, ਠੀਕ ਹੈ ਨਾ ਗੱਲ? ਅਸੀਂ ਵੀ ਖੁੱਲੇ ਮਨ ਨਾਲ ਗੱਲ ਕਰੀਏ, ਉਹ ਵੀ ਖੁੱਲੇ ਮਨ ਨਾਲ ਗੱਲ ਕਰਨ, ਗੱਲ ਤਾਂ ਹੋਊਗੀ। ਗੱਲ ਜੇ ਖਤਮ ਕਰਨੀ ਹੈ, ਜੇ ਇੱਦਾਂ ਹੀ 2024 ਤੱਕ ਲੈ ਕੇ ਜਾਣਾ ਇਹਨਾਂ ਨੇ, ਆਪਦਾ ਸਿਆਸੀ ਏਜੰਡਾ ਪੂਰਾ ਕਰਨਾ, ਤਾਂ ਕੋਈ ਗੱਲ ਨਹੀਂ। ਉਹ ਕਈ ਉਹਨਾਂ 'ਚੋਂ ਕਮਿਊਨਿਸਟ ਜਿਹੜੇ 4-5 ਨੇ, ਇਹ ਕਹਿੰਦੇ ਆ ਕਿ ਅਸੀਂ 2024 ਤੱਕ ਅੰਦੋਲਨ ਲੈ ਕੇ। ਉਹ ਤਾਂ ਰਾਕੇਸ਼ ਟਕੈਤ ਨੇ ਵੀ ਕਿਹਾ, ਇਕੱਲੇ ਕਮਿਊਨਿਸਟਾਂ ਨੇ ਕਿਉਂ? ਟਕੈਤ ਸਾਹਿਬ ਨੇ ਵੀ ਕਿਹਾ ਕਿ 24 ਤੱਕ ਵੀ ਜਾ ਸਕਦਾ ਅੰਦੋਲਨ ਜੇ ਲੋੜ ਪਈ ਤਾਂ। ਉਹ ਤਾਂ ਇਦਾਂ ਹੀ ਹੱਸਦਾ ਖੇਡਦਾ ਗੱਲਾਂ ਕਰਦਾ, ਕੋਈ ਐਸੀ ਗੱਲ ਨਹੀਂ। ਬੰਦਾ ਠੀਕ ਆ, ਉਹਦੇ ਪਿਤਾ ਜੀ ਵੀ ਲੀਡਰ ਰਹੇ, ਇਹੋ ਜਿਹੀ ਕੋਈ ਗੱਲ ਨਹੀਂ। ਪੁਲਿਸ 'ਚ ਰਿਹਾ, ਬਹੁਤ ਸਿਆਣਾ ਬੰਦਾ। ਕਰੈਲ ਸਾਹਿਬ, ਆਖਰੀ ਸਵਾਲ ਹੈ ਇਸ ਗੱਲ ਦਾ, ਜਿਹੜੀ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ, ਕਿ ਤੁਹਾਡੇ ਅਕੋਰਡਿੰਗਲੀ ਇਹਦਾ ਹੱਲ ਕੀ ਨਜ਼ਰ ਆਉਂਦਾ ਤੁਹਾਨੂੰ? ਹੱਲ ਹੋ ਜਾਣਾ ਇਹਦਾ, ਹੁਣ ਹੋ ਜਾਣਾ। ਜਦੋਂ 25-26 ਜਥੇਬੰਦੀਆਂ ਚਾਹੁਣ ਲੱਗ ਗਈਆਂ ਨਾ ਹੱਲ, ਤੇ ਹੁਣ ਹੱਲ ਹੋ ਜੂ। ਜੇ ਉਹ 4-5 ਨਹੀਂ ਮੰਨਣਗੇ, ਉਹਨਾਂ ਨੇ ਅਲੱਗ ਥਲੱਗ ਕਰ ਦੇਣੇ। ਸਿਆਣੇ ਬੰਦੇ ਵੀ ਹੈਗੇ ਇਹਦੇ 'ਚ, ਸਾਰੇ ਕਿਸਾਨ ਲੀਡਰ ਮਾੜੇ ਥੋੜ੍ਹਾ, ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੁੰਦੇ ਆ। ਜਿੱਦਾਂ ਸਮਾਜ ਵੀ ਤਾਂ ਬਹੁਤ ਰੰਗੀ ਹੈ ਨਾ। ਰਿਪੀਲ ਬਾਰੇ ਸੋਚ ਸਕਦੀ ਹੈ ਸਰਕਾਰ? ਉਹ ਤਾਂ ਹੁਣ ਗੱਲਬਾਤ ਤੋਂ ਪਤਾ ਲੱਗੂਗਾ ਜੀ। ਰਿਪੀਲ ਬਾਰੇ ਵੈਸੇ ਕਾਨੂੰਨ ਅੱਛੇ ਹੈ, ਮੈਂ ਤੁਹਾਡਾ ਓਪੀਨੀਅਨ ਕੀ ਹੈ? ਜੇ ਗੱਲ ਦੀ ਸੈਟਲਮੈਂਟ ਹੋਣੀ ਹੋਵੇ, ਖਤਮ ਕਰਨਾ ਹੋਵੇ ਰਿਪੀਲ ਤੇ, ਸਿਰਫ ਇਹ ਨਾ ਸੋਚੇ ਸਰਕਾਰ ਕਿ ਨੱਕ ਦਾ ਸਵਾਲ ਹੈ। ਨੱਕ ਦਾ ਸਵਾਲ ਨਹੀਂ, ਰਿਪੀਲ ਕਰ ਦੇਣੇ ਚਾਹੀਦੇ। ਕਾਨੂੰਨ ਜਿਹੜੇ ਆ ਕਿਸਾਨ ਹਿੱਤੂ ਨੇ, ਇਸ ਕਰਕੇ ਆ। ਉਹ ਹੋਰ ਕੋਈ ਇਹ ਜਿੱਦ ਤੁਹਾਡੀ ਵੀ ਜ਼ਿੱਦ ਹੋ ਗਈ ਨਾ? ਇਹ ਨਹੀਂ, ਸਾਡੀ ਜਿੱਦ ਨਹੀਂ ਕਿ ਕਾਨੂੰਨ ਕਿਸਾਨ ਬਈ ਤਰਕਸੰਗਤ ਗੱਲਾਂ ਕਰਨ ਨਾ। ਜੇ ਕਾਨੂੰਨ ਤਰਕ ਤਾਂ 11 ਮੀਟਿੰਗਾਂ ਚੋਂ ਕਹਿੰਦੇ ਅਸੀਂ ਕੱਲੀ ਗੱਲ ਤੇ ਤਰਕ ਦੇ ਕੇ ਨਹੀਂ ਨਿਕਲਿਆ। ਮੈਂ ਇੱਕ ਚੀਜ਼ ਤੁਹਾਨੂੰ ਦੱਸ ਸਕਦਾ ਵੀ ਕੀ ਹੋਇਆ। ਮੇਰੇ ਜਵਾਨੀ ਵੀ ਯਾਦ ਹੋ ਗਿਆ ਇਹ ਕਰਦੇ, ਤੇ ਉਹਦੇ 'ਚ ਜੋ ਤਰਕਸੰਗਤ ਸੀ ਉਹ ਸਾਰੀਆਂ ਗੱਲਾਂ ਮੰਨ ਲਈਆਂ ਸੀ। ਉਸ ਤੋਂ ਬਾਅਦ ਇਹ ਵੀ ਕਹਿਤਾ ਸੀ ਕਿ ਤੁਸੀਂ 5 ਮੈਂਬਰ ਦੀ ਕਮੇਟੀ ਦੇ ਦਿਓ, 5 ਮੈਂਬਰ ਦੀ ਸਰਕਾਰ ਦੇ ਦਿੰਦੀ ਹੈ। ਬੈਠ ਕੇ ਜਿਹੇ ਜਿਹੇ ਕਾਨੂੰਨ ਉਹਨਾਂ ਨੇ ਬਣਾ ਲਓ, ਜੋ ਇਹਨਾਂ 'ਚ ਬਦਲਣਾ ਬਦਲ ਲਓ। ਇਹ ਤਾਂ ਇੱਕ ਜਿੱਦ ਸੀ ਬਸ, ਵੈਸੇ ਹੀ ਉਹ ਕਰਨਾ ਨਹੀਂ ਚਾਹੁੰਦੇ ਸੀ, ਨਿਪਟਣਾ ਨਹੀਂ ਚਾਹੁੰਦੇ ਸੀ। ਜਿੱਦਣ ਜੋਗਿੰਦਰ ਯਾਦਵ ਨੇ ਐਂਟਰੀ ਮਾਰ ਲਈ ਸੀ, ਉਦਣ ਹੀ ਅਸੀਂ ਕਹਿਤਾ ਸੀ ਕਿ ਹੁਣ ਨਹੀਂ ਇਹ ਨਿਪਟਦਾ, ਉਹ ਬੰਦਾ ਨਹੀਂ ਠੀਕ ਹੈ। 5 ਮੈਂਬਰਾਂ ਤੱਕ ਕਿਉਂ ਸੀਮਤ ਰਹਿਣਾ ਚਾਹੁੰਦੀ ਹੈ ਸਰਕਾਰ? ਅਰੇ ਬਈ, ਹੁਣ 50 ਬੰਦੇ ਬੈਠ ਕੇ ਥੋੜਾ ਗੱਲ ਕਰਨਗੇ। ਬੈਠਦੇ ਰਹੇ ਆ ਉਦੋਂ, ਤੁਸੀਂ ਦੇਖਿਆ ਜਾਂਦੇ ਰਹੇ? ਨਹੀਂ, ਜਿਹੜੀ ਕਾਨੂੰਨਾਂ ਬਾਰੇ ਡਿਸਕਸ਼ਨ ਹੋਊਗੀ, ਇੱਕ ਜਿਹੜੇ ਸੂਝਵਾਨ ਲੋਕ ਨੇ ਉਹੀ ਤਾਂ ਬੈਠਣਗੇ ਨਾ, ਜਿਨ੍ਹਾਂ ਨੂੰ ਕਾਨੂੰਨ ਦੀ ਸਮਝ ਹੈਗੀ ਆ, ਜਿਨ੍ਹਾਂ ਨੂੰ ਸਾਰੀ ਸਮਝ ਹੈਗੀ ਆ, ਐਗਰੀਕਲਚਰ ਦੇ ਐਕਸਪਰਟ ਨੇ। ਉਹ ਜਿਹੜੇ ਕਿਸਾਨ ਦੰਦੇ ਉਹ ਬੈਠਦੇ,
ਤੇ ਉਹ ਤਾਂ ਛੋਟੀ ਕਮੇਟੀ 'ਚ ਗੱਲ ਬਣਦੀ ਹੁੰਦੀ ਹੈ। ਜੇ ਤੁਸੀਂ ਕਹੋਗੇ ਵੀ 100 ਬੰਦੇ 'ਚ ਬੈਠ ਕੇ ਕਾਨੂੰਨ ਬਣਨਗੇ, ਕਿੱਥੋਂ ਬਣ ਜਾਣਗੇ? ਤਬਦੀਲੀਆਂ ਹੋਣਗੀਆਂ ਕਿੱਥੋਂ ਹੋ ਜਾਣਗੀਆਂ? ਉਹ ਤਾਂ ਜਿਹੜੀ ਗੱਲ ਹੋਈ ਉਹ ਤਾਂ ਉਸ ਵੇਲੇ ਉਹ ਹੋ ਗਈ, ਉਹ ਸਾਰੀਆਂ ਡਿਸਕਸ਼ਨਸ ਹੋ ਗਈਆਂ। ਸਰਕਾਰ ਸਸਪੈਂਡ ਤੱਕ ਆ ਗਈ ਸੀ, ਰਿਪੀਲ ਤੱਕ ਆ ਸਕਦੀ ਹੈ ਕਿ ਨਹੀਂ? ਮੇਰਾ ਬੜਾ ਸੌਖਾ ਸਵਾਲ ਹੈ, ਰਿਪੀਲ ਹੋ ਸਕਦੇ ਕਿ ਨਹੀਂ ਹੋ ਸਕਦੇ? ਮੇਰਾ ਜਿਹੜਾ ਖੁਦ ਦਾ ਮਤ ਆ ਉਹ ਇਹ ਆ ਕਿ ਕਾਨੂੰਨ ਬਹੁਤ ਅੱਛੇ ਹੈ। ਇਹਦੇ 'ਚ ਜਿਹੜੀਆਂ ਗੱਲਾਂ ਉਹਨਾਂ ਨੂੰ ਗਲਤ ਲੱਗਦੀਆਂ ਨੇ ਉਹ ਤਬਦੀਲੀ ਕਰ ਲੈਣੀ ਚਾਹੀਦੀ ਹੈ, ਔਰ ਐਵੇਂ ਜਿੱਦ ਨਹੀਂ ਕਰਨੀ ਚਾਹੀਦੀ। ਕਿਸਾਨ ਹਿੱਤ 'ਚ ਫੈਸਲਾ ਲੈਣਾ ਚਾਹੀਦਾ, ਤਰਕਸੰਗਤ ਗੱਲ ਹੋਣੀ ਚਾਹੀਦੀ ਹੈ। ਜਿਹੜੀ ਵੀ ਤਰਕਸੰਗਤ ਹੋਵੇ, ਜੇ ਕਾਨੂੰਨ ਬਦਲਣ ਦੀ ਜ਼ਰੂਰਤ ਹੋਵੇ, ਤਰਕਸੰਗਤ ਹੋਵੇ, ਤਾਂ ਸਰਕਾਰ ਨੂੰ ਵੀ ਕੋਈ ਜਿੱਦ ਨਹੀਂ ਹੈ। ਠੀਕ ਹੈ ਨਾ ਗੱਲ? ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ। ਇਹ ਚਰਚਾਵਾਂ ਸੀ ਕਿ ਸਰਕਾਰ ਕਹਿੰਦੀ ਸੀ ਇੱਕ ਕਾਨੂੰਨ ਰਿਪੀਲ ਕਰ ਸਕਦੇ ਹਾਂ, ਅੰਦਰ ਖਾਤੇ ਗੱਲਬਾਤ ਹੋਈ ਹੈ, ਐਸਾ ਕੁਝ ਹੋਇਆ? ਮੈਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ ਕਿ ਵੀ ਸਰਕਾਰ ਨੇ ਕਦੇ ਇਹ ਕਿਹਾ ਹੋਵੇ। ਇਹ ਗੱਲ ਜ਼ਰੂਰ ਹੋਈ ਸੀ ਕਿ ਰਾਜੇਵਾਲ ਜੀ ਨਾਲ ਜਦੋਂ ਗੱਲ ਹੋਈ, ਅਸੀਂ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਗਏ, ਅਤੇ ਉਸ ਤੋਂ ਬਾਅਦ ਇਹ ਹੋਇਆ ਕਿ ਵੀ ਇਹ ਜਿਹੜਾ ਕਾਨੂੰਨ ਆ ਇਹ ਸਟੇਟਾਂ 'ਤੇ ਛੱਡ ਦਈਏ, ਮਾਡਲ ਐਕਟ ਦੇ ਦਈਏ। ਜਿਸ ਤਰ੍ਹਾਂ APMC ਦਿੱਤਾ ਹੋਇਆ, ਕਿਸੇ ਸਟੇਟ ਨੇ ਹਟਾਤਾ, ਕਿਸੇ ਨੇ ਲਾਗੂ ਕਰ ਲਿਆ, ਕਿਸੇ ਨੇ ਅਮੈਂਡ ਕਰ ਲਿਆ। ਇਸ ਤਰ੍ਹਾਂ ਹੈਗਾ ਇਹ। ਬਿਹਾਰ 'ਚ ਲਾਗੂ ਸੀਗਾ, ਬਿਹਾਰ ਸਰਕਾਰ ਨੇ ਹਟਾਤਾ। ਇਹ ਸਟੇਟ ਗਵਰਨਮੈਂਟ 'ਤੇ ਹੈ, ਉਹਦਾ ਕਾਨੂੰਨ ਹੈ ਇਹ ਅਸਲ 'ਚ। ਬਿਲਕੁਲ, ਕੇਂਦਰ ਨੇ ਮਾਡਲ ਐਕਟ ਦਿੱਤਾ, ਇਸੇ ਤਰ੍ਹਾਂ ਇਹਨੂੰ ਵੀ ਮਾਡਲ ਐਕਟ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਦੇ ਦਿਓ। ਜਿਹੜੀ ਸਟੇਟ ਨੇ ਲਾਗੂ ਕਰਨਾ ਲਾਗੂ ਕਰ ਲਏ, ਜਿਹਨੇ ਨਹੀਂ ਕਰਨਾ ਨਾ ਕਰ ਲਏ, ਜਿਹਨੇ ਅਮੈਂਡ ਕਰਨਾ ਅਮੈਂਡ ਕਰ ਲਏ। ਰਾਜੇਵਾਲ ਜੀ ਇਸ ਗੱਲ ਤੇ ਮੰਨਦੇ ਸੀ। ਬਾਅਦ 'ਚ ਆ ਕੇ ਜਦੋਂ ਅਸੀਂ ਕਿਹਾ ਵੀ ਹੁਣ ਇਹ ਗੱਲ ਬਣਦੀ ਹੈ, ਉਸ ਵੇਲੇ ਰਾਜੇਵਾਲ ਜੀ ਨੇ ਕਹਿਤਾ ਇਹ ਤਾਂ ਝੂਠ ਬੋਲਦੇ ਆ, ਅਸੀਂ ਨਹੀਂ, ਨਾ ਅਸੀਂ ਨਹੀਂ ਮੰਨਦੇ। ਤੇ ਬਾਅਦ 'ਚ ਮੰਨੇ ਹੀ ਨਹੀਂ ਕਿਸੇ ਜਗ੍ਹਾ ਵੀ। ਔਰ ਜੇ ਉਹਨਾਂ ਦੀ ਕਿਸੇ ਮਿਨਿਸਟਰ ਨਾਲ ਗੱਲ ਹੋ ਗਈ, ਕਹਿ ਦਿਓ ਤੁਹਾਡੀ ਗੱਲ ਹੋਈ ਆ, ਇਹ ਝੂਠ ਬੋਲਦੇ ਆ, ਇਹ ਤਾਂ ਗੰਦੇ ਬੰਦੇ ਆ, ਇਹ ਤਾਂ ਗਲਤ ਬੰਦੇ ਆ, ਇੱਦਾਂ ਦੀ ਭਾਸ਼ਾ। ਮਰਿਆਦਾ ਵੀ ਨਹੀਂ ਰਹੀ ਉਸ ਬੰਦੇ 'ਚ। ਤੁਸੀਂ ਇਸ ਗੱਲ ਤੇ ਅੱਜ ਸਟੈਂਡ ਕਰਦੇ ਹੋ ਕਿ ਸਰਕਾਰ ਜੇ ਕਹਿ ਦੇ ਕਿ ਸਟੇਟ ਤੱਕ ਛੱਡ ਦਿੱਤਾ ਜਾਵੇ, ਜਿਹੜੀ ਸਟੇਟ ਲਾਗੂ ਕਰਨਾ ਚਾਹੁੰਦੀ ਹੈ ਕਰ ਲੇ, ਮਾਡਲ ਐਕਟ ਦੇ ਤੌਰ ਤੇ, ਜਿਵੇਂ APMC ਹੈ? ਫਿਰ ਬਣਾਇਆ ਉਹਨਾਂ ਨੂੰ, ਫਿਰ ਨਾ ਭੱਜਣ, ਬਣਾਇਆ ਹੋ ਜਾ ਕੇ। ਇਹ ਆਪਦੀ ਗੱਲ ਤੇ ਨਹੀਂ ਰਹਿੰਦੇ। ਇਹ ਤੁਹਾਡਾ, ਮੈਂ ਤੁਹਾਨੂੰ ਸਵਾਲ ਕਰ ਰਿਹਾ ਨਾ, ਮੈਂ ਨੈਗੋਸ਼ੀਏਸ਼ਨ ਕਰਨ ਥੋੜੀ ਬੈਠਾ ਸੀ, ਤਾਂ ਗੱਲ ਹੋਈ ਗਈ ਸੀ। ਪਰ ਅੱਜ ਸਰਕਾਰ ਇਸ ਗੱਲ ਤੇ ਅੱਜ ਖੜਦੀ ਹੈ ਨਹੀਂ। ਅੱਜ ਤਾਂ ਹੁਣ ਡਿਸਕਸ਼ਨ ਹੋਊਗੀ ਦੁਬਾਰਾ, ਨਵੇਂ ਸਿਰੋਂ ਡਿਸਕਸ਼ਨ ਹੋਊਗੀ। ਹੋਰ ਕੀ ਹੋਊਗਾ? ਇਹ ਤਾਂ ਗੱਲ ਕਰਕੇ ਭੱਜ ਜਾਂਦੇ ਆ 3 ਮਹੀਨੇ, ਪਤਾ ਨਹੀਂ ਲੱਗਦਾ ਕਿੱਧਰ ਨੂੰ ਗਏ। ਠੀਕ ਹੈ ਨਾ ਗੱਲ? ਬੁਲਾਇਆ ਤਾਂ ਦੁਬਾਰਾ ਸਰਕਾਰ ਨੇ ਨਹੀਂ ਨਾ। ਨਹੀਂ, ਸਰਕਾਰ ਨੇ ਆਖਰੀ ਵਾਰ ਜਦੋਂ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਸਰਕਾਰ ਨੇ ਮੀਟਿੰਗ ਲਈ ਕਾਲ ਹੀ ਨਹੀਂ ਕੀਤਾ। ਨਹੀਂ ਕੀਤਾ। ਸਰਕਾਰ ਹੋਕਾ ਨਹੀਂ ਦਿੰਦੀ ਹੁੰਦੀ। ਸਰਕਾਰ ਇਹਨਾਂ ਨੂੰ ਸਮਝ ਗਈ ਹੈ, ਔਰ ਹੁਣ ਇਹਨਾਂ ਨੂੰ ਕਿਸਾਨ ਹੀ ਦਰੁਸਤ ਕਰ ਸਕਦਾ, ਸਰਕਾਰ ਨਹੀਂ ਕਰ ਸਕਦੀ। 1 ਜਾਂ 2 ਲਾਜ਼ ਰਿਪੀਲ ਦੀ ਪੋਸੀਬਿਲਿਟੀ ਹੈ? 1 ਲਾਅ ਰਿਪੀਲ ਹੁੰਦਾ, 2 ਸਸਪੈਂਡ ਹੁੰਦੇ ਆ, ਐਸੀਆਂ ਪੋਸੀਬਿਲਿਟੀਜ਼ ਹੈ ਜੋ ਚਰਚਾਵਾਂ ਹੁੰਦੀਆਂ ਕਿ ਇਹ ਵੀ ਚਰਚਾ ਹੋਈ ਹੈ? ਇਹ ਤਰਕਸੰਗਤ ਗੱਲਾਂ ਹੋਣਗੀਆਂ। ਨਹੀਂ, ਇਹ ਉਸ ਵੇਲੇ ਨਹੀਂ ਚਰਚਾ ਹੋਈ। ਜੇ ਤਰਕਸੰਗਤ ਗੱਲਾਂ ਹੋਣਗੀਆਂ, ਜਿਹੜੀਆਂ ਵੀ ਹੋਣਗੀਆਂ, ਜਿਹੜੀਆਂ ਕਿਸਾਨ ਹਿੱਤ 'ਚ ਹੋਣਗੀਆਂ, ਤਰਕਸੰਗਤ ਗੱਲਾਂ ਜਿਹੜੀਆਂ ਕਿਸਾਨ ਹਿੱਤ 'ਚ ਹੋਣਗੀਆਂ, ਸਰਕਾਰ ਉਹ ਕਰੂਗੀ। ਕੋਈ ਜਿੱਦ ਨਹੀਂ ਕਿਸ ਚੀਜ਼ ਦੀ। ਇਹ ਸਾਰਾ ਕੁਝ ਤਾਂ ਪਹਿਲਾਂ ਹੁੰਦਾ ਰਿਹਾ ਨਾ, ਕੋਈ ਨਵਾਂ ਕੀ ਹੈ ਇਹਦੇ ਵਿੱਚ? ਕਿ ਜੇ ਨਵੇਂ ਸਿਰਿਓਂ ਗੱਲਬਾਤ ਹੁੰਦੀ ਹੈ, ਗੱਲ ਤਾਂ ਫਿਰ ਉੱਥੇ ਦੀ ਉੱਥੇ, ਉਹ ਕਿਹਾ ਜਾਂਦਾ ਪੰਜਾਬੀ 'ਚ ਪਰਨਾਲਾ ਉੱਥੇ ਦਾ ਉੱਥੇ, ਕਿ ਜੇ ਉਹ ਕਿਸਾਨ ਕਹਿ ਰਹੇ ਆ ਕਿ ਅਸੀਂ ਰਿਪੀਲ ਤੋਂ ਥੱਲੇ ਨਹੀਂ ਗੱਲ ਕਰਨਾ ਚਾਹੁੰਦੇ, ਰਿਪੀਲ ਤੇ ਸਰਕਾਰ ਆ ਕੇ ਦੁਬਾਰਾ ਗੱਲ ਕਰੇ। ਸਰਕਾਰ ਕਹਿੰਦੀ ਹੈ ਕਿ ਅਸੀਂ, ਹਰ ਗੱਲ ਉਹਨਾਂ ਦੀ ਥੋੜਾ ਚੱਲਦੀ, ਮੰਗੇ ਤਾਂ ਮੌਤ ਵੀ ਨਹੀਂ ਮਿਲਦੀ। ਜੇ ਕੋਈ ਮੰਗ ਲੈ ਨਾ ਕਿ ਮੈਨੂੰ ਮੌਤ ਦੇ ਦਿਓ, ਉਹ ਵੀ ਨਹੀਂ ਮਿਲਦੀ। ਇਹ ਤਾਂ ਆਪਸ 'ਚ ਜਦੋਂ ਗੱਲਬਾਤ ਕਰਦੇ ਹਾਂ ਤਾਂ ਗੱਲਬਾਤ 'ਚ ਤਾਂ ਫਿਰ ਜਿਹੜੀ ਤਰਕਸੰਗਤ ਗੱਲਾਂ ਨੇ ਉਹੀ ਮੰਨੀਆਂ ਜਾਂਦੀਆਂ ਨੇ। ਪੰਚਾਇਤ 'ਚ ਵੀ ਇਦਾਂ ਹੀ ਹੁੰਦਾ ਨਾ। ਭਾਸ਼ਾ ਦੀ ਮਰਿਆਦਾ ਹੁੰਦੀ ਹੈ ਪੰਚਾਇਤ 'ਚ, ਤਾਂ ਹੁੰਦੀ ਹੈ, ਰੱਖਣੀ ਚਾਹੀਦੀ ਹੈ, ਰੱਖਣੀ ਚਾਹੀਦੀ ਹੈ। ਸਰਕਾਰ ਬਰਾਬਰ ਰੱਖਦੀ ਹੈ ਭਾਸ਼ਾ ਦੀ ਮਰਿਆਦਾ, ਇਹੀ ਨਹੀਂ ਰੱਖਦੇ। ਜਿੱਤਾਂਗੇ ਜਾਂ ਮਰਾਂਗੇ, ਭਾਸ਼ਾ ਦੀ ਮਰਿਆਦਾ ਹੈਗੀ ਹੈ। ਅਤੇ ਔਰ ਜਿਹੜੇ ਕੁਰਸੀਆਂ ਘੁਮਾ ਕੇ ਪਿੱਠ ਕਰਕੇ ਕਿਸੇ ਵੱਲ ਬੈਠ ਜਾਣਾ, ਇਹ ਮਰਿਆਦਾ ਹੈਗੀ ਹੈ। ਉਹ ਤੁਸੀਂ ਉਹਨਾਂ ਦਾ ਪੱਖ ਨਾ ਲਓ, ਸਿੱਧਾ ਉਹਨਾਂ ਨੂੰ ਦੱਸੋ ਕਿ ਤੁਸੀਂ ਆਹ ਗਲਤ ਕੰਮ ਕਰਦੇ ਰਹੇ ਹੋ। ਕਿਸਾਨ ਲੀਡਰਾਂ ਨੂੰ, ਕਿਸਾਨ ਕਦੇ ਮਰਿਆਦਾ ਨਹੀਂ ਤੋੜਦਾ। ਕਿਸਾਨ ਤਾਂ ਬਹੁਤ ਮਹਿਮਾਨ ਨਿਵਾਜ਼ ਆ, ਕਿਸਾਨ ਬਹੁਤ ਨਰਮਾਈ ਵਾਲਾ ਕਿਸਾਨ ਤਾਂ ਜਿਹੜਾ ਹੈਗਾ ਸਾਰੀਆਂ ਚੀਜ਼ਾਂ 'ਚ ਰਹਿੰਦਾ ਹੈਗਾ। ਉਹਨੂੰ ਜਿੱਦਣ ਸਮਝ ਆ ਗਈ ਕਿ ਇਹ ਸਾਡੀ ਤਾਕਤ ਨਾਲ ਸਾਰੀ ਬਦਮਾਸ਼ੀ ਹੋ ਰਹੀ ਹੈ, ਉਹੀ ਇਹਨਾਂ ਨੂੰ ਠੀਕ ਕਰ ਦੇਣਗੇ। ਕਰੋਨਾ ਦੇ ਵਿੱਚ ਐਟਲੀਸਟ ਕਿਸਾਨ ਵੱਲ ਧਿਆਨ ਦੇ ਦੇਣਾ ਚਾਹੀਦਾ ਸਰਕਾਰ ਨੂੰ। ਅਰੇ ਕਰੋਨਾ ਵੱਲ ਉਹਨਾਂ ਨੂੰ ਕਹੋ, ਮੰਨਦੇ ਹੀ ਨਹੀਂ। ਉਹ ਤਾਂ ਕਹਿੰਦੇ ਕਰੋਨਾ ਹੈ ਹੀ ਨਹੀਂ, ਬਿਮਾਰੀ ਨਹੀਂ ਹੈ। ਲਿਆ ਕੇ ਸਾਰੇ ਪਿੰਡਾਂ 'ਚ ਫੈਲਾਤਾ ਉਹਨਾਂ ਨੇ, ਉਸ ਨੂੰ ਵੀ ਨਹੀਂ ਮੰਨਦੇ। ਸਾਡੇ ਤਾਂ ਜਿਹੜੇ ਬੰਦੇ ਆਏ, ਕੋਈ ਕੋਵਿਡ ਨਾਲ ਨਹੀਂ ਕਹਿੰਦੇ ਗਿਆ। ਐਵੇਂ ਝੂਠ ਬੋਲਦੇ ਆ, ਟੈਸਟ ਕਰਾਉਣ ਨਹੀਂ ਦਿੰਦੇ, ਉਹਨਾਂ ਦੀ ਕੋਈ ਰਿਪੋਰਟ ਆਉਣ ਨਹੀਂ ਦਿੰਦੇ, ਉਹਨਾਂ ਨੂੰ ਵੈਕਸੀਨੇਸ਼ਨ ਕਰਾਉਣ ਨਹੀਂ ਦਿੰਦੇ, ਆਪ ਦੋ ਲਵਾਈ ਫਿਰਦੇ ਆ। ਹਰਿੰਦਰ ਰੱਖੋਵਾਲ ਨੂੰ ਆਪਦੀ ਜਾਨ ਦੀ ਫਿਕਰ ਆ, ਰਾਜੇਵਾਲ ਨੂੰ ਆਪਦੀ ਹੈ, ਬਾਕੀਆਂ ਨੂੰ ਆਪਦੀ ਹੈ, ਚਰੂਨੀ ਨੂੰ ਆਪਦੀ ਹੈ। ਇਹ ਆਮ ਕਿਸਾਨਾਂ ਦੀ ਨਹੀਂ, ਕਿਉਂਕਿ ਉਹ ਕਿਸੇ ਹੋਰ ਦੇ ਬੈਠੇ ਨਾ, ਇਹ ਕੋਈ ਗੱਲਾਂ ਨਹੀਂ ਕਰਨ ਵਾਲੀ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਹਰਜੀਤ ਸਿੰਘ ਗਰੇਵਾਲ
ਕਹਿ ਰਹੇ ਨੇ ਕਿ ਗੱਲਬਾਤ ਹੋ ਸਕਦੀ ਹੈ, ਅੱਛੇ ਮਾਹੌਲ 'ਚ ਗੱਲਬਾਤ ਹੋ ਸਕਦੀ ਹੈ, ਕਿਸਾਨ ਆਗੂ ਸਾਰਥਕ ਮਾਹੌਲ 'ਚ ਗੱਲਬਾਤ ਕਰਨ ਔਰ ਸਰਕਾਰ ਜਿਹੜੀ ਹੈ ਉਹ ਗੱਲਬਾਤ ਦੇ ਲਈ ਤਿਆਰ ਹੈ। ਕੈਮਰਾ ਪਰਸਨ ਗਗਨ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਚੰਡੀਗੜ੍ਹ।